ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ, ਹਾਲੇ ਵੀ ਆਪਾਂ ਫੇਜ਼ 1 ਦੇ ਵਿੱਚ ਹੈਗੇ ਹਾਂ। ਫੇਜ਼ 1 ਦੇ ਵਿੱਚ ਹੈਗੇ ਆ ਤੇ ਇਸ ਵਕਤ ਆਪਣੇ ਅੱਜ ਜ਼ਰੂਰ 15 ਨਿਊ ਕੇਸਿਸ ਹੋਏ ਆ, ਉਹਦਾ ਦੁੱਖ ਵੀ ਹੈਗਾ ਆ। ਪਰ ਆਪਣੇ ਜਦੋਂ ਤੁਸੀਂ ਦੇਖੇ ਵੀ ਹਸਪਤਾਲ ਵਿੱਚ ਹੁਣ 51 ਆ ਤੇ ਆਪਣੇ ICU ਵਿੱਚ ਸਿਰਫ 12 ਆ। ਪਰ ਜਿਹੜੇ ਆਪਾਂ ਨੰਬਰ ਕਾਬੂ ਕਰ ਲਏ, ਜੇ ਤੁਸੀਂ ਦੂਸਰੇ ਰੀਜਨ ਵੱਲ ਨੂੰ ਦੇਖੋ, ਬੇਸ਼ੱਕ ਦੀ ਕੁਬੈਕ ਹੋਵੇ, ਓਨਟਾਰੀਓ ਹੋਵੇ, ਅਮਰੀਕਾ ਵੱਲ ਨੂੰ ਦੇਖ ਲਓ, ਉਹਨਾਂ ਦੇ ਨੰਬਰ ਇੱਕਦਮ ਵੱਧ ਰਹੇ ਆ। ਨਾਨ ਐਸੈਂਸ਼ੀਅਲ ਟਰੈਵਲ ਹਾਲੇ ਵੀ ਅਲਾਉਡ ਹੈ ਨਹੀਂਗਾ ਇਸ ਵੀਕਐਂਡ ਦੇ ਵਿੱਚ। ਬਿਲਕੁਲ। ਤੇ ਜਿਹੜੀਆਂ ਪਾਰਕ ਖੁੱਲ੍ਹੀਆਂ ਆ ਪ੍ਰੋਵਿੰਸ਼ੀਅਲ ਪਾਰਕ, ਉਹਨਾਂ ਦਾ ਸਾਰਿਆਂ ਨੂੰ ਬਹੁਤ ਉਮੀਦ ਵੀ ਸੀਗੀ ਤੇ ਚਾਅ ਵੀ ਬਹੁਤ ਆ। ਨਾ ਹੀ ਸਾਡੇ ਕੋਲ ਅੱਜ ਤੱਕ ਕੋਈ ਵਾਇਰਸ ਦੀ ਪੈਨਿਸਿਲਿਨ ਹੈਗੀ ਆ ਤੇ ਨਾ ਹੀ ਅੱਜ ਕੱਲ੍ਹ ਸਾਡੇ ਕੋਲ ਕੋਈ ਐਸਾ ਇਲਾਜ ਹੈਗਾ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਫਰਾਈਡੇ ਦਾ ਦਿਨ 7 ਵਜੇ ਤੋਂ ਲੈ ਕੇ 8 ਵਜੇ ਦਾ ਸਮਾਂ ਤੁਹਾਡਾ ਤੇ ਸਾਡਾ ਸਾਥ ਇਸ ਤਰ੍ਹਾਂ ਹੀ ਬਣਿਆ ਰਹੇਗਾ। ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ, ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਫੋਨ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਤੇ ਸ਼ੋਅ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। BC ਦੀ ਗੱਲ ਕਰੀਏ ਤਾਂ BC ਦੀ ਇਕਨੋਮੀ ਦੁਬਾਰਾ ਖੁੱਲ੍ਹਣ ਦੇ ਲਈ ਤਿਆਰ ਹੈਗੀ ਹੈ। ਦੂਜੇ ਫੇਜ਼ ਦੇ ਵਿੱਚ ਅਸੀਂ ਮਈ ਦੇ ਮਿਡ ਦੇ ਵਿੱਚ ਚਲੇ ਜਾਵਾਂਗੇ। ਪਹਿਲਾ ਫੇਜ਼ ਆਲਰੇਡੀ ਚੱਲ ਰਿਹਾ ਹੈਗਾ ਤੇ ਅੱਜ ਦੇ ਅਸੀਂ ਗੱਲ ਕਰੀਏ ਕਰੋਨਾ ਵਾਇਰਸ ਦੇ ਕੇਸਿਸ ਦੀ ਤਾਂ 15 ਨਵੇਂ ਕੇਸ ਸਾਹਮਣੇ ਆਏ ਨੇ ਤੇ 5 ਹੋਰ ਡੈਥ ਹੋ ਚੁੱਕੀਆਂ ਨੇ। ਸੋ ਇਹ ਇੱਕ ਗੰਭੀਰ ਸਮੱਸਿਆ ਹੈਗੀ ਹੈ ਜੋ ਹਜੇ ਵੀ ਸੁਸਾਇਟੀ ਦੇ ਵਿੱਚ ਹੈਗੀ ਹੈ। ਇਹ ਕਿਤੇ ਗਈ ਨਹੀਂ, ਪਰ ਇਕਨੋਮੀ ਨੂੰ ਰੀਓਪਨ ਤਾਂ ਕੀਤਾ ਜਾ ਰਿਹਾ ਕਿਉਂਕਿ ਅਸੀਂ ਦੁਬਾਰਾ ਕੰਮਾਂ ਤੇ ਜਾ ਸਕੀਏ ਤੇ ਪੂਰੇ ਅਸੀਂ ਹੁਣ ਇਸ ਕਰੋਨਾ ਵਾਇਰਸ ਬਿਮਾਰੀ ਦੇ ਨਾਲ ਯੂਜ਼ ਟੂ ਹੋ ਚੁੱਕੇ ਹਾਂ ਕਿ ਅਸੀਂ ਕਿਸ ਤਰ੍ਹਾਂ ਪ੍ਰੀਕਾਸ਼ਨਸ ਰੱਖਣੇ ਆ, ਕਿਸ ਤਰ੍ਹਾਂ ਅਸੀਂ ਫਿਜ਼ੀਕਲ ਡਿਸਟੈਂਸ ਬਣਾਈ ਰੱਖਣਾ। BC ਸਰਕਾਰ ਦੇ ਵੱਲੋਂ ਕੀ ਕੁਝ ਰਿਲੀਜ਼ ਕੀਤਾ ਗਿਆ, ਕੀ ਕੁਝ ਅਪਡੇਟਸ ਦਿੱਤੀਆਂ ਗਈਆਂ ਨੇ, ਇਸ ਦੀ ਜਾਣਕਾਰੀ ਅਸੀਂ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਪਰ ਇਸ ਦੇ ਬਾਰੇ ਡੀਟੇਲ ਦੇ ਵਿੱਚ ਜਾਣਕਾਰੀ ਦੇ ਲਈ ਅੱਜ ਮੇਰੇ ਨਾਲ ਸਰੀ ਪੈਨੋਰਾਮਾ ਤੋਂ NDP MLA ਜਿਨੀ ਸਿਮਸ ਨੇ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸੋ ਜਿਨੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ। ਤੇ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਸੁਣ ਰਹੇ ਆ, ਸਾਂਝਾ TV ਦੇਖ ਰਹੇ ਆ, ਬੇਸ਼ੱਕ ਦੀ ਸਾਡੇ ਇੱਥੇ ਕੈਨੇਡਾ 'ਚ ਹੋਣ, BC 'ਚ ਹੋਣ, ਜਿੱਥੇ ਵੀ ਦੁਨੀਆ ਵਿੱਚ ਬੈਠੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ, ਥੈਂਕ ਯੂ, ਤੁਸੀਂ ਟਾਈਮ ਟੂ ਟਾਈਮ ਕੱਢਿਆ ਤੇ ਸਾਡੇ ਨਾਲ ਅੱਜ ਗੱਲਬਾਤ ਦੇ ਲਈ ਆਏ ਹੈਗੇ ਆ। ਸੋ ਜਿਵੇਂ ਮੈਂ ਗੱਲ ਕੀਤੀ ਹੈ ਕਿ BC ਦੇ ਵਿੱਚ ਐਮਰਜੈਂਸੀ ਪੀਰੀਅਡ 2 ਵੀਕ ਦੇ ਲਈ ਹੋਰ ਵਧਾ ਦਿੱਤਾ ਗਿਆ ਕਿਉਂਕਿ ਹਰੇਕ 2 ਵੀਕ ਦੇ ਬਾਅਦ ਅਪਡੇਟ ਦਿੱਤੀ ਜਾਂਦੀ ਹੈਗੀ ਹੈ ਕਿਉਂਕਿ 2 ਵੀਕ ਤੋਂ ਬਾਅਦ ਵਧਾਇਆ ਵੀ ਨਹੀਂ ਜਾਂਦਾ ਐਮਰਜੈਂਸੀ ਪੀਰੀਅਡ। ਤੇ ਅਸੀਂ ਸੈਕਿੰਡ ਫੇਜ਼ ਦੇ ਵਿੱਚ ਜਿਹੜਾ ਜਾ ਰਹੇ ਹੈਗੇ ਆ ਹੁਣ ਕਿ ਰੀਓਪਨ ਕਰਨ ਦੇ ਵਿੱਚ। ਸੋ ਕੀ ਕੁਝ ਸਾਨੂੰ ਧਿਆਨ ਦੇ ਵਿੱਚ ਰੱਖਣਾ ਹੋਵੇਗਾ? ਫੇਜ਼ 2 ਦੇ ਵਿੱਚ ਕੀ ਕੁਝ ਆਵੇਗਾ ਅੱਗੇ? ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ, ਹਾਲੇ ਵੀ ਆਪਾਂ ਫੇਜ਼ 1 ਦੇ ਵਿੱਚ ਹੈਗੇ ਆ। ਫੇਜ਼ 1 ਦੇ ਵਿੱਚ ਹੈਗੇ ਆ। ਦੇਖੋ, ਜਿਹੜੇ BC ਵਿੱਚ ਰਹਿਣ ਵਾਲੇ ਆ, ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਸਾਰਿਆਂ ਨੂੰ ਵਧਾਈ ਵੀ ਦਿੰਦੀ ਹਾਂ ਕਰਕੇ ਸਾਰਿਆਂ ਨੇ ਪੂਰੀ ਮਿਹਨਤ ਕੀਤੀ। ਜਿਹੜੇ ਡਾਕਟਰ ਹੈਨਰੀ ਦੇ ਆਰਡਰ ਸੀਗੇ ਉਹਨਾਂ ਨੂੰ ਫੋਲੋ ਕੀਤਾ। ਇਸ ਕਰਕੇ ਆ ਜਿਹੜੀ ਕੋਵਿਡ ਦੀ ਕਰਵ ਇੱਕਦਮ ਹਾਕੀ ਸਟਿਕ ਵਾਂਗੂ ਤਾਂ ਨੂੰ ਜਾ ਰਹੀ ਸੀਗੀ, ਆਪਾਂ ਉਹਨੂੰ ਕਾਬੂ ਕਰ ਲਿਆ ਆ, ਉਹਨੂੰ ਸੰਭਾਲ ਲਿਆ ਆ। ਤੇ ਇਸ ਵਕਤ ਆਪਣੇ ਅੱਜ ਜ਼ਰੂਰ 15 ਨਿਊ ਕੇਸਿਸ ਹੋਏ ਆ, ਉਹਦਾ ਦੁੱਖ ਵੀ ਹੈਗਾ ਆ। ਪਰ ਆਪਣੇ ਜਦੋਂ ਤੁਸੀਂ ਦੇਖੇ ਵੀ ਹਸਪਤਾਲ ਵਿੱਚ ਹੁਣ 51 ਆ ਤੇ ਆਪਣੇ ICU ਵਿੱਚ ਸਿਰਫ 12 ਆ। ਦੇਖੋ, ਜਿਹੜੀਆਂ 5 ਮੌਤਾਂ ਹੋਈਆਂ ਉਹਨਾਂ ਦਾ ਬਹੁਤ ਦੁੱਖ ਹੈਗਾ ਆ ਤੇ ਹੁਣ ਤੱਕ ਆਪਣੇ ਕੋਲ 140 ਮੌਤਾਂ ਹੋ ਹਟੀਆਂ ਆ। ਕੋਈ ਵੀ ਮੌਤ ਇਸ ਬਹਾਨੇ ਨਾਲ ਆਵੇ ਤੇ ਸਾਰਿਆਂ ਨੂੰ ਬਹੁਤ ਦੁੱਖ ਲੱਗਦਾ ਆ। ਪਰ ਜਿਹੜੇ ਆਪਾਂ ਨੰਬਰ ਕਾਬੂ ਕਰ ਲਏ, ਜੇ ਤੁਸੀਂ ਦੂਸਰੇ ਰੀਜਨ ਵੱਲ ਨੂੰ ਦੇਖੋ, ਬੇਸ਼ੱਕ ਦੀ ਕੁਬੈਕ ਹੋਵੇ, ਓਨਟਾਰੀਓ ਹੋਵੇ, ਅਮਰੀਕਾ ਵੱਲ ਨੂੰ ਦੇਖ ਲਓ, ਉਹਨਾਂ ਦੇ ਨੰਬਰ ਇੱਕਦਮ ਵੱਧ ਰਹੇ ਆ ਤੇ ਆਪਣੇ ਨੰਬਰ ਬਹੁਤ ਹੀ ਆਪਾਂ ਘੱਟ ਕਰ ਲਏ ਆ। ਇਹ ਨਹੀਂ ਕਿਉਂਕਿ ਗਵਰਨਮੈਂਟ ਨੇ ਕੁਛ ਮੈਜਿਕ ਕੀਤੀ ਆ, ਇਹ ਸਾਰਾ ਹੋਇਆ ਆ ਕਿਉਂਕਿ ਤੁਹਾਡੀ ਸਾਰਿਆਂ ਦੀ ਮਿਹਨਤ ਹੈਗੀ ਆ ਜਿਹੜੇ BC ਵਿੱਚ ਰਹਿਣ ਵਾਲੇ ਆ। ਆਪਣੀ ਮਿਹਨਤ ਨਾਲ ਇਹ ਥੋੜ੍ਹਾ ਕੁ ਆਪਾਂ ਫਲੈਟਨ ਕਰ ਦਿੱਤੀ ਆ ਕਰਵ। ਹੁਣ ਸਾਰਿਆਂ ਦੇ ਮੂਹਰੇ ਇਹੀ ਬੇਨਤੀ ਆ, ਸਾਰਿਆਂ ਨੂੰ ਚਾਅ ਹੈਗਾ ਵੀ ਫੇਜ਼ 2 ਸ਼ੁਰੂ ਅੱਜੇ ਹੀ ਹੋ ਜਾਵੇ, ਵਿਦਇਨ ਫੇਜ਼ 1। ਮੈਂ ਵਾਰ-ਵਾਰ ਕਹੂੰਗੀ, ਇਸ ਕਰਕੇ ਪੂਰਾ ਪਰਹੇਜ਼ ਰੱਖਣ ਦੀ ਲੋੜ ਆ। ਹਾਲੇ ਵੀ ਆਪਣੇ ਹੱਥ ਧੋਵੋ। ਜੇ ਤੁਹਾਨੂੰ ਛਿੱਕ ਆਉਂਦੀ ਆ, ਖਾਂਸੀ ਆਉਂਦੀ ਆ, cough into your elbow, ਇੱਕ ਦੂਸਰੇ ਕੋਲੋਂ 2 ਮੀਟਰ ਦੂਰ ਰਹੋ। ਜੇ ਤੁਸੀਂ ਬਿਮਾਰ ਆ ਫਿਰ ਘਰੋਂ ਬਾਹਰ ਨਾ ਨਿਕਲੋ ਤੇ ਬਾਹਰ ਉਦੋਂ ਹੀ ਜਾਵੋ ਜਦੋਂ ਤੁਹਾਨੂੰ ਜ਼ਰੂਰਤ ਪਵੇ
unless you're an essential worker. ਸੋ ਇਸ ਕਰਕੇ ਸਾਰਾ ਪਰਹੇਜ਼ ਕਰਕੇ ਆਪਾਂ ਕੋਵਿਡ ਨੂੰ ਫਲੈਟਨ ਕਰ ਦਿੱਤਾ ਆ। ਪਰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆ, ਆਪਾਂ ਪਰਹੇਜ਼ ਕਰਕੇ ਸੁਧਾਰ ਲਿਆਂਦਾ ਆ। ਜੇ ਆਪਾਂ ਥੋੜੀ ਜ਼ਿਆਦਾ ਖੁੱਲ ਕਰ ਦਿੱਤੀ, ਉਹ ਫਿਰ ਇਦਾਂ ਹੋਣਾ ਵੀ ਜਦੋਂ ਮੁੱਠੀ ਖੋਲ ਲਵੇ ਨਾ, ਜੇ ਥੋੜੀ ਖੋਲੂਗੇ ਕਿ ਥੋੜਾ ਪਿੱਛੋਂ ਡਿੱਗੂਗਾ, ਜੇ ਬਾਹਲੀ ਖੋਲ ਲਈ ਫਿਰ ਡਰ ਹੈਗਾ ਵੀ ਕੋਵਿਡ ਇੱਕ ਵਾਰੀ ਫੇਰ ਸਪਾਈਕ ਹੋ ਸਕਦਾ ਆ। ਸੋ ਇਸ ਕਰਕੇ ਸਾਰਿਆਂ ਦੇ ਮੋਰੇ ਬੇਨਤੀ ਹੈਗੀ ਆ, ਆਪਣੇ ਲੌਂਗ ਵੀਕਐਂਡ ਹੀ ਆ, ਹੈਗੀ ਆ ਵਿਕਟੋਰੀਆ ਵੀਕਐਂਡ। ਇਸ ਵੀਕਐਂਡ ਨੂੰ ਅਸੀਂ BC ਦੇ ਵਿੱਚ ਸਪੈਸ਼ਲੀ ਕੈਨੇਡਾ ਵਿੱਚ ਸਮਝਦੇ ਹਾਂ ਬਿਗਿਨਿੰਗ ਆਫ ਦ ਸਮਰ। ਅਸੀਂ ਸੋਚੀਦਾ ਹੈ ਕੈਂਪਿੰਗ ਸੀਜ਼ਨ ਦਾ ਸ਼ੁਰੂਆਤ ਆ, ਅਸੀਂ ਖਲੋਨਾ ਜਾ ਆਈਏ, ਖੈਮਲੂਪਸ ਜਾ ਆਈਏ, ਆਈਲੈਂਡ ਤੇ ਚੱਲ ਜਾਈਏ, ਸਕੁਆਮਿਸ਼ ਵੱਲ ਨੂੰ ਚੱਲ ਜਾਈਏ, ਹਰੇਕ ਪਾਸੇ ਨੂੰ ਦੌੜੀਦਾ ਆ ਇਹਨਾਂ ਦਿਨਾਂ ਦੇ ਵਿੱਚ, ਲੌਂਗ ਵੀਕਐਂਡ ਵਿੱਚ, ਪਰਿਵਾਰ ਨੂੰ ਮਿਲਣ ਨੂੰ ਵੀ ਤੇ ਦੋਸਤਾਂ ਮਿੱਤਰਾਂ ਦੇ ਨਾਲ ਵੀ। ਐਤਕੀ ਸਾਰਿਆਂ ਦੇ ਮੋਰੇ ਬੇਨਤੀ ਹੈਗੀ ਆਪਣੇ ਇਲਾਕੇ ਵਿੱਚ ਹੀ ਰਵੋ, ਇੱਥੇ ਬਹੁਤ ਕੁਝ ਖੂਬਸੂਰਤ ਹੈਗਾ ਆ ਜਿਹਨੂੰ ਤੁਸੀਂ ਇੰਜੋਏ ਕਰ ਸਕਦੇ ਆ। ਤੇ ਬਾਕੀ ਸੋਸ਼ਲ ਡਿਸਟੈਂਸਿੰਗ, ਫਿਜ਼ੀਕਲ ਡਿਸਟੈਂਸਿੰਗ ਇੱਕ ਦੂਸਰੇ ਕੋਲ ਰੱਖੋ। ਜੇ ਤੁਸੀਂ ਬਿਮਾਰ ਆ ਘਰ ਰਵੋ। ਰਿਮੈਂਬਰ ਹਾਲੇ ਵੀ ਆਪਾਂ ਫੇਜ਼ 1 ਵਿੱਚ ਹੀ ਹੈਗੇ ਆ। ਨਾਨ ਐਸੈਂਸ਼ੀਅਲ ਟਰੈਵਲ ਹਾਲੇ ਵੀ ਅਲਾਉਡ ਹੈ ਨਹੀਂਗਾ ਇਸ ਵੀਕਐਂਡ ਦੇ ਵਿੱਚ। ਬਿਲਕੁਲ। ਤੇ ਜਿਹੜੀਆਂ ਪਾਰਕ ਖੁੱਲੀਆਂ ਆ ਪ੍ਰੋਵਿੰਸ਼ੀਅਲ ਪਾਰਕ, ਉਹਨਾਂ ਦਾ ਸਾਰਿਆਂ ਨੂੰ ਬਹੁਤ ਉਮੀਦ ਵੀ ਸੀਗੀ ਤੇ ਚਾਅ ਵੀ ਬਹੁਤ ਆ, ਪਰ ਯਾਦ ਰੱਖੀਏ ਉਹ ਸਿਰਫ ਦਿਨ ਲਈ ਖੁੱਲੀਆਂ ਆ। ਸੋਸ਼ਲ ਡਿਸਟੈਂਸਿੰਗ ਰੱਖੋ। ਜੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਨਾ ਰੱਖੀ ਫਿਰ ਮੈਂ ਨਹੀਂ ਚਾਹੁੰਦੀ ਵੀ ਪਾਰਕਾਂ ਨੂੰ ਇੱਕ ਵਾਰੀ ਫਿਰ ਬੰਦ ਕਰਨਾ ਪਵੇ। ਸੋ ਮੌਸਮ ਵਧੀਆ ਹੋ ਗਿਆ ਆ, ਬਾਹਰ ਨਿਕਲਣ ਨੂੰ ਜੀ ਵੀ ਕਰਦਾ ਆ, ਮੈਂਟਲ ਪ੍ਰੈਸ਼ਰ ਵੀ ਲੋਕਾਂ ਤੇ ਬਹੁਤ ਆ। ਇਸ ਕਰਕੇ ਮੈਂ ਜ਼ਰੂਰ ਕਹੂੰਗੀ ਬਾਹਰ ਜਾਵੋ, ਇੰਜੋਏ ਕਰੋ, ਪਰ ਇੱਕ ਦੂਸਰੇ ਕੋਲੋਂ ਦੂਰ ਰਹਿ ਕੇ। ਜਿਵੇਂ ਤੁਸੀਂ ਦੱਸਿਆ ਕਿ ਪਾਰਕਸ ਖੋਲ੍ਹ ਦਿੱਤੀਆਂ ਗਈਆਂ, ਦਿਨ ਦੇ ਸਮੇਂ ਦੇ ਲਈ ਖੋਲ੍ਹੀਆਂ ਗਈਆਂ, ਰਾਤ ਨੂੰ ਬੰਦ ਹੈ ਕਿਉਂਕਿ ਕੈਂਪਿੰਗ ਨਹੀਂ ਕਰ ਸਕਦੇ। ਅਸੀਂ ਸਿਟੀ ਦੀਆਂ ਪਾਰਕਸ ਵੀ ਦੇਖੀਆਂ ਸੀ ਪਿਛਲੇ ਹਫ਼ਤੇ, ਕਿੰਨੀਆਂ ਪੈਕਡ ਸੀਗੀਆਂ ਤੇ ਉਹਨਾਂ ਨੂੰ ਬੰਦ ਕਰਨਾ ਪਿਆ। ਤੇ ਜਿਵੇਂ ਤੁਸੀਂ ਦੱਸਿਆ ਕਿ ਦੁਬਾਰਾ ਨਾ ਬੰਦ ਕਰਨਾ ਪਵੇ, ਤੇ ਇਹੀ ਜਿਹੜੀ ਇਕੋਨਮੀ ਆ ਉਹਦੇ ਨੂੰ ਦੇਖ ਕੇ ਵੀ ਆ, ਜਿਵੇਂ ਰੀਟੇਲ ਸਟੋਰ ਖੁੱਲ੍ਹ ਰਹੇ ਹੈਗੇ ਆ ਮਈ ਮਿਡ ਤੋਂ ਬਾਅਦ 18 ਤੋਂ ਜਿਹੜੇ ਸਟਾਰਟ ਹੋ ਰਹੇ ਆ, ਪਰ ਉਹਨਾਂ ਨੂੰ ਵਰਕ ਸੇਫ BC ਦੇ ਨਾਲ ਕੰਮ ਕਰਨਾ ਹੋਏਗਾ। ਸੋ ਵਰਕ ਸੇਫ BC ਉਹਨਾਂ ਦੇ ਲਈ ਕੀ ਕਰ ਰਹੀ ਹੈਗੀ ਹੈ, ਕਿਸ ਤਰ੍ਹਾਂ ਉਹਨਾਂ ਦੇ ਨਾਲ ਕੰਮ ਕਰਕੇ ਉਹਨਾਂ ਨੂੰ ਆਪਣੇ ਬਿਜ਼ਨਸ ਖੋਲ੍ਹਣੇ ਪੈਣਗੇ, ਕਿਉਂਕਿ ਕਰਬ ਸਾਈਡ ਬਿਜ਼ਨਸ ਹੈ ਜਿਹੜੇ ਉਹੀ ਖੁੱਲ੍ਹ ਰਹੇ ਹੈਗੇ ਆ, ਬਾਕੀ ਜ਼ਿਆਦਾ ਨਹੀਂ ਬਿਜ਼ਨਸ ਖੁੱਲ੍ਹ ਰਹੇ। ਸੋ ਵਰਕ ਸੇਫ BC, ਬੋਨੀ ਹੈਨਰੀ, ਇਹ ਸਾਰੇ ਰਲ ਕੇ ਕੰਮ ਕਰ ਰਹੇ ਹੈਗੇ ਆ। ਸੋ ਕੀ ਕਰਨਾ ਪਵੇਗਾ ਇੱਕ ਇੰਡੀਵਿਜੂਅਲ ਬਿਜ਼ਨਸ ਨੂੰ? ਹਰੇਕ ਬਿਜ਼ਨਸ ਨੂੰ ਆਪਣੇ ਲਈ ਪਲਾਨ ਬਣਾਉਣਾ ਪੈਣਾ ਵੀ ਅਸੀਂ ਪਰਹੇਜ਼ ਰੱਖ ਕੇ ਸਾਰਿਆਂ ਦੀ ਸੇਫਟੀ, ਜਿਹੜੇ ਇੱਥੇ ਕੰਮ ਕਰਦੇ ਆ ਉਹਨਾਂ ਦੀ ਸੇਫਟੀ, ਜਿਹੜੇ ਬਾਹਰੋਂ ਗ੍ਰਾਹਕ ਆਉਂਦੇ ਆ ਉਹਨਾਂ ਦੀ ਸੇਫਟੀ ਆਪਣੇ ਧਿਆਨ ਵਿੱਚ ਰੱਖ ਕੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਇੱਥੇ ਕੰਮ ਚਲਾ ਸਕਦੇ ਹਾਂ। ਉਹਨਾਂ ਨੂੰ ਜੇ ਦੁਕਾਨ ਵਾਲੇ ਹੈਗੇ ਆ, ਕਈਆਂ ਦੇ ਤੁਸੀਂ ਜਗ੍ਹਾ ਜਾਂਦੇ ਆ, ਹੁਣ ਉਹਨਾਂ ਦੇ ਮੂਹਰੇ ਬੈਰੀਅਰਸ ਵੀ ਲੱਗੇ ਆ ਜਦੋਂ ਆਪਾਂ ਗਰੋਸਰੀ ਸਟੋਰ 'ਚ ਜਾਈਦਾ ਆ। ਹੁਣ ਮੈਨੂੰ ਦੇ ਜਿਹੜੇ ਆਪਣੇ ਫੈਬਰਿਕ ਸਟੋਰਸ ਆ ਉਹਨਾਂ ਨੂੰ ਵੀ ਇਹ ਸੋਚਣਾ ਪੈਣਾ ਆ, ਕਰਕੇ ਵਰਕਰ ਸੇਫਟੀ ਬਹੁਤ ਹੀ ਇੰਪੋਰਟੈਂਟ ਚੀਜ਼ ਹੁੰਦੀ ਆ। ਤੇ ਦੂਸਰੀ ਗੱਲ ਇਹ ਵੀ ਹੈਗੀ ਆ ਵੀ ਤੁਹਾਨੂੰ ਇਹ ਵੀ ਧਿਆਨ ਦੇਣਾ ਪੈਣਾ ਜਿਹੜੇ ਬਾਹਰੋਂ ਗ੍ਰਾਹਕ ਆਉਂਦੇ ਆ ਉਹਨਾਂ ਦੀ ਵੀ ਸੇਫਟੀ ਤੁਹਾਡੀ ਜ਼ਿੰਮੇਵਾਰੀ ਹੋ ਜਾਂਦੀ ਆ ਵੀ ਸੋਸ਼ਲ ਡਿਸਟੈਂਸਿੰਗ, ਫਿਜ਼ੀਕਲ ਡਿਸਟੈਂਸਿੰਗ ਦੀ ਬਹੁਤ ਹੀ ਜ਼ਰੂਰਤ ਹੈਗੀ ਆ ਵੀ ਉਹ 6 ਮੀਟਰ ਇੱਕ ਦੂਸਰੇ ਕੋਲੋਂ ਦੂਰ ਰਹਿਣ। ਇਹ ਨਹੀਂ ਵੀ ਬਾਹਰ ਹੀ 6 ਮੀਟਰ 6 ਫੁੱਟ ਦੀ ਲਾਈਨ ਅਪ ਦੀ ਲੋੜ ਆ, ਜਦੋਂ ਅੰਦਰ ਆ ਜਾਣ ਫਿਰ ਰਹਿਣ ਗੁੱਛ-ਮੁੱਛ ਹੋ ਕੇ ਤੁਰੇ ਫਿਰਨ। ਸੋ ਇਸ ਕਰਕੇ ਇਹ ਸਾਰਾ ਧਿਆਨ ਰੱਖਣਾ ਪੈਣਾ। ਜੇ ਤੁਹਾਡੀ ਸਿਹਤ ਨਹੀਂ ਠੀਕ, ਨਾ ਕੰਮ ਤੇ ਜਾਵੋ, ਨਾ ਘਰੋਂ ਬਾਹਰ ਨਿਕਲੋ। ਇਹ ਬਹੁਤ ਹੀ ਜ਼ਰੂਰੀ ਹੈਗਾ ਇਸ ਵਕਤ। ਤੇ ਆਪਣੇ ਹੱਥ ਵੀ ਧੋ ਵੀ ਜਾਵੋ ਜਿੰਨਾ ਵੀ ਤੁਸੀਂ ਕਰ ਸਕੋ। ਹਰੇਕ ਬਿਜ਼ਨਸ ਦੇ ਉੱਪਰ ਡਿਫਰੈਂਟ ਚੈਲੰਜਸ ਹੈਗੀਆਂ ਆ। ਦੇਖੋ ਜਿਹੜੇ ਰੈਸਟੋਰੈਂਟਸ ਆ ਉਹ ਕਈ ਤਾਂ ਹੁਣ ਖਰਬ ਸਾਈਡ ਦੇਖਦੇ ਵੀ ਅਸੀਂ ਪਾਰਟੀਓ ਖੋਲ ਲਈਏ ਕਰਕੇ ਬਾਹਰ ਫਿਰ ਥੋੜਾ ਕੰਮ ਖਤਰਾ ਹੁੰਦਾ ਆ। ਅੰਦਰ ਵੀ ਉਹਨਾਂ ਨੂੰ ਦੇਖਣਾ ਪੈਣਾ ਵੀ ਅਸੀਂ ਕਿੱਦਾਂ, ਇੱਕ ਪਰਿਵਾਰ ਜਾਊਗਾ 3 ਜਾਣੇ, ਸਾਡੇ ਘਰ ਵਿੱਚ 2 ਜਾਣੇ ਰਹਿੰਦੇ ਆ, ਜੇ ਅਸੀਂ ਬਾਹਰ ਡਿਨਰ ਕਰਨ ਜਾਈਏ ਮੈਂ ਤਾਂ ਮੇਰਾ ਬੇਟਾ, ਸਾਨੂੰ ਇੱਕ ਟੇਬਲ ਤੇ ਬਿਠਾ ਸਕਦੇ ਆ ਪਰ ਲਾਗਲਾ ਟੇਬਲ 6 ਫੁੱਟ ਦੂਰ ਹੋਣਾ ਪੈਣਾ। ਸੋ ਇਸ ਕਰਕੇ ਕਈ ਚੀਜ਼ਾਂ ਦਾ ਧਿਆਨ ਦੇਣਾ ਪੈਣਾ ਬਿਜ਼ਨਸ ਨੂੰ। ਤੇ ਕੱਪੜਿਆਂ ਵਾਲੀਆਂ ਸਟੋਰ ਨੂੰ, ਸ਼ੂਜ਼ ਵਾਲੀਆਂ ਨੂੰ ਵੀ ਤੁਸੀਂ ਕਿੱਦਾਂ ਸਰਵਿਸ ਦਓਗੇ। ਜਦੋਂ ਤੁਸੀਂ ਆਪਾਂ ਸ਼ੂ ਲੈਣ ਜਾਈਦਾ ਆ ਉਹ ਤੁਹਾਡੀ ਮੋਹਰੇ ਹੋ ਕੇ ਮਦਦ ਕਰਦੇ, ਹੁਣ ਉੱਥੇ ਸ਼ੂ ਰੱਖ ਦੇਣਗੇ, ਤੁਸੀਂ ਚੁੱਕ ਕੇ ਆਪ ਪਾ ਕੇ, ਜੇ ਤੁਹਾਡੇ ਮੇਚ ਆ ਗਿਆ ਠੀਕ ਆ। ਸੋ ਬਹੁਤ ਸਾਰੀਆਂ ਐਡਜਸਟਮੈਂਟ ਕਰਨੀਆਂ ਪੈਣੀਆਂ ਆ। ਦੇਖੋ ਕਈ ਲੋਕ ਤਾਂ ਇੰਨੇ ਖੁਸ਼ ਹੁੰਦੇ ਆ ਤੇ ਉਹਨਾਂ ਨੂੰ ਖੁਸ਼ ਵੀ ਹੋਣਾ ਚਾਹੀਦਾ ਆ ਵੀ ਸਾਡੇ ਨੰਬਰ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਧਾਰ ਆ ਗਿਆ ਆ। ਪਰ ਮੈਂ ਸਾਰਿਆਂ ਨੂੰ ਯਾਦ ਕਰਾਉਣਾ ਚਾਹੁੰਦੀ ਆ ਵੀ ਵਾਇਰਸ ਹਾਲੇ ਵੀ ਇੱਥੇ ਹੀ ਆ। ਵਾਇਰਸ ਨਹੀਂ ਕਿਤੇ ਗਿਆ, ਨਾ ਹੀ ਸਾਡੇ ਕੋਲ ਅੱਜ ਤੱਕ ਕੋਈ ਵਾਇਰਸ ਦੀ ਪੈਨਿਸਿਲਿਨ ਹੈਗੀ ਆ,
ਤੇ ਨਾ ਹੀ ਅੱਜ ਕੱਲ੍ਹ ਸਾਡੇ ਕੋਲ ਕੋਈ ਐਸਾ ਇਲਾਜ ਹੈਗਾ ਆ। ਬਹੁਤ ਸਾਇੰਟਿਸਟ ਇਸ ਇਲਾਜ ਨੂੰ ਟੋਲਣ ਨੂੰ, ਇਹਦੀ ਐਂਟੀਬਾਇਓਟਿਕਸ ਟੋਲਣ ਨੂੰ ਪੂਰਾ ਜ਼ੋਰ ਲੱਗਾ ਹੈ। ਮੈਨੂੰ ਪੂਰੀ ਉਮੀਦ ਹੈਗੀ ਆ ਉਹ ਲੱਭ ਲੈਣਗੇ, ਪਰ ਹਾਲੇ ਤੱਕ ਸਾਡੇ ਕੋਲ ਹੈ ਨਹੀਂ। ਇਸ ਕਰਕੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਕਰਕੇ ਸਾਰਿਆਂ ਨੇ ਪਰਹੇਜ਼ ਕੀਤਾ ਸੀਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਤੇ ਆਪਣੇ ਨੰਬਰ ਕੰਮ ਹੋ ਗਏ ਵੀ ਅਸੀਂ ਸੋਚਣ ਲੱਗ ਪਈਏ ਵੀ ਇੱਥੇ ਤਾਂ ਅਸੀਂ ਠੀਕ ਆ, ਵਾਇਰਸ ਹੈ ਨਹੀਂਗਾ, ਵੀ ਫਿਰ ਬਾਹਰ ਉੱਦਾਂ ਹੀ ਮਿਲਣ ਗੁਲਣ ਲੱਗ ਪਈਏ। ਦੇਖੋ, ਜਦੋਂ ਡਾਕਟਰ ਹੈਨਰੀ ਕਹਿੰਦੀ ਆ ਮੋਰ ਸਪੇਸਿਸ ਲੈਸ ਫੇਸਿਸ, ਜਦੋਂ ਤੁਸੀਂ ਬਾਹਰ ਵੀ ਜਾਣਾ ਆ ਉਦੋਂ ਵੀ stay 6 feet away from each other। ਜਿਹੜੇ ਤੁਹਾਡੇ ਘਰ ਪਰਿਵਾਰ ਰਹਿੰਦੇ ਆ ਇੱਕ ਘਰ ਦੇ ਵਿੱਚ, ਤੁਸੀਂ ਉਹਨਾਂ ਦੇ ਨਾਲ ਤੁਰ ਸਕਦੇ ਆ, ਜਿਹੜੇ ਤੁਹਾਡੇ ਘਰ ਵਿੱਚ ਰਹਿੰਦੇ ਆ, ਪਰ ਉਹਨਾਂ ਦੇ ਨਾਲ ਨਹੀਂ। ਬੇਸ਼ੱਕ ਦੀ ਤੁਹਾਡੀ ਸਿਸਟਰ ਹੋਵੇ, ਬੇਸ਼ੱਕ ਦੀ ਤੁਹਾਡੇ ਬ੍ਰਦਰ ਹੋਵੇ, ਜਿਹੜੇ ਤੁਹਾਡੇ ਘਰ ਵਿੱਚ ਨਹੀਂ ਰਹਿੰਦੇ। ਰਿਮੈਂਬਰ ਵੀਰ ਇਨ ਫੇਜ਼ 1। ਜਦੋਂ ਫੇਜ਼ 1-2 ਦੀ ਗੱਲ ਆ ਜਾਂਦੀ ਆ, ਕਈ ਕਹਿੰਦੇ ਫੇਜ਼ 2 ਸ਼ੁਰੂ ਹੋ ਹੀ ਜਾਣੀ ਆ ਆਉਂਦੇ ਹਫਤੇ ਨੂੰ, ਚੱਲ ਅਸੀਂ ਹੁਣੇ ਸ਼ੁਰੂ ਕਰ ਲੈਂਦੇ ਆ। ਫੇਜ਼ 2 ਦਾ ਵੀ ਇਹ ਨਹੀਂ ਮਤਲਬ ਤੁਸੀਂ ਦਰਵਾਜ਼ੇ ਖੋਲ ਦੇਣੇ ਆ, ਸਾਰੇ ਪਰਿਵਾਰਾਂ ਨਾਲ ਮਿਲਣ ਲੱਗ ਪੈਣਾ ਆ। ਉਦੋਂ ਵੀ ਖੋਸ਼ਨ ਵਰਤਣਾ ਪੈਣਾ ਆ। ਤੁਸੀਂ ਪਹਿਲਾਂ ਸੋਚੋ, ਸਾਡੇ ਘਰ ਦੇ ਵਿੱਚ ਕੋਈ ਐਸਾ ਇਨਸਾਨ ਹੈਗਾ ਆ ਜਿਹਦੀ ਇਮਿਊਨ ਸਿਸਟਮ ਨੂੰ ਖਤਰਾ ਆ, ਕੋਈ ਬਜ਼ੁਰਗ ਹੈਗਾ ਆ, ਕੋਈ ਹੋਰ ਜਿਹੜੇ ਵੀ ਹੋਰ ਵੀ ਮੈਡੀਕਲ ਕੰਪਲਿਕੇਸ਼ਨਸ ਹੋਣ, ਫਿਰ ਡਾਕਟਰ ਹੈਨਰੀ ਦੀ ਸਲਾਹ ਆ ਫਿਰ ਤੁਸੀਂ ਆਪਣਾ ਸਰਕਲਸ ਨਾ ਗਰੋ ਕਰੋ। ਯੂ ਹੈਵ ਟੂ ਯੂਜ਼ ਕੌਸ਼ਨ। ਪਰ ਜੇ ਤੁਸੀਂ ਸਾਰੇ ਤੰਦਰੁਸਤ ਹੈਗੇ ਆ, ਫਿਰ ਤੁਸੀਂ ਇੱਕ ਹੋਰ ਪਰਿਵਾਰ ਨੂੰ ਨਾਲ ਜੋੜ ਲਓ। ਹਾਲੇ ਨਹੀਂ, ਜਦੋਂ ਡਾਕਟਰ ਹੈਨਰੀ ਕਹੂਗੀ ਇੱਕ ਹੋਰ ਨੂੰ ਜੋੜ ਲਵੋ। ਉਹ ਫਿਰ ਦੇਖੋ 2-3 ਹਫ਼ਤੇ 4 ਹਫ਼ਤੇ, ਤੇ ਜਦੋਂ ਗਾਂ ਫਿਰ ਹੋਰ ਟਾਈਮ ਆਊਗਾ ਫਿਰ ਤੁਸੀਂ ਇੱਕ ਪਰਿਵਾਰ ਨਾਲ ਹੋਰ ਜੁੜ ਸਕਦੇ ਆ। ਦੇਖੋ, ਹੁਣ ਆਪਣੇ ਬੱਚਿਆਂ ਨੇ ਵੀ ਬਾਹਰ ਸਕੂਲੇ ਜਾਣ ਲੱਗ ਪੈਣਾ ਹੈ। ਜਦੋਂ ਬੱਚੇ ਸਕੂਲੇ ਜਾਣਗੇ ਤੇ ਉਦੋਂ ਵੀ ਆਪਾਂ ਨੂੰ ਕਈ ਕੁਛ ਸੋਚਣਾ ਪੈਣਾ ਵੀ ਸਾਡਾ ਬੱਚਾ ਸਕੂਲੇ ਜਾਊਗਾ, ਸਾਡਾ ਬੱਚਾ ਨਹੀਂ ਸਕੂਲੇ ਜਾਊਗਾ। ਬੱਚਿਆਂ ਦੇ ਲਈ ਕੰਪਲਿਕੇਟਡ ਹੋ ਜਾਣਾ ਹੈ, ਕਿਉਂਕਿ ਬੱਚਿਆਂ ਨੂੰ ਜਿਹੜੇ ਬਹੁਤ ਜ਼ਿਆਦਾ ਛੋਟੇ ਬੱਚੇ ਆ ਉਹਨਾਂ ਨੂੰ ਸਮਝਾਉਣਾ ਥੋੜਾ ਔਖਾ ਹੁੰਦਾ ਹੈ ਕਿ ਇਹ ਟੱਚ ਨਾ ਕਰੋ। ਉਹਨਾਂ ਨੇ ਦੁਬਾਰਾ ਟੱਚ ਕਰਕੇ ਦੇਖਣਾ ਜ਼ਰੂਰ ਕਿ ਅਸੀਂ ਇਹ ਟੱਚ ਕਰਕੇ ਦੇਖੀਏ, ਸਾਨੂੰ ਰੋਕਦੇ ਕਿਉਂ ਆ। ਸੋ ਕਈ ਬੱਚਿਆਂ ਨੂੰ ਸਮਝਾਉਣਾ ਔਖਾ ਹੋ ਜਾਣਾ। ਤੇ ਨਾਲ ਹੁਣ ਅੱਜ ਐਜੂਕੇਸ਼ਨ ਮਿਨਿਸਟਰ ਦੇ ਵੱਲੋਂ ਜੋ ਅਨਾਉਂਸਮੈਂਟ ਕੀਤੀ ਗਈ ਹੈ ਕਿ ਥੋੜੇ ਟਾਈਮ ਦੇ ਲਈ ਪਾਰਟ ਟਾਈਮ ਦੇ ਸਕੂਲ ਖੋਲ ਦਿੱਤੇ ਜਾਣਗੇ 1 ਜੂਨ ਤੋਂ, ਤੇ ਨਾਲ ਕਿਹਾ ਗਿਆ ਹੈਗਾ ਕਿ ਜਿਹੜੇ ਫੁੱਲ ਟਾਈਮ ਸਕੂਲ ਆ ਉਹ ਸੈਪਟੈਂਬਰ ਦੇ ਵਿੱਚ ਖੋਲੇ ਜਾਣਗੇ। ਸੋ ਐਜੂਕੇਸ਼ਨ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਣਾ? ਪਰ ਉਹਦੇ ਵਿੱਚ ਕਾਫੀ ਕੈਵੀਏਟ ਵੀ ਸੀਗੀਆਂ ਨਾ, ਜਦੋਂ ਮਿਨਿਸਟਰ ਨੇ ਕਿਹਾ ਆ ਵੀ ਅੱਜ ਜਿਹੜਾ ਐਲਾਨ ਕੀਤਾ ਸੀਗਾ ਉਹ ਓਵਰਆਲ ਸੀਗਾ ਪਾਲਿਸੀ। ਹਾਲੇ ਜਿਹੜੇ ਡੀਟੇਲਸ ਜਾਂ ਹਰੇਕ ਸਕੂਲ ਡਿਸਟ੍ਰਿਕਟ ਤੇ ਆਉਂਦੇ ਹਫ਼ਤਿਆਂ ਵਿੱਚ ਆਉਣਗੇ ਬਾਹਰ, ਉਹ ਡਿਵੈਲਪ ਕਰ ਰਹੇ ਆ। ਤੇ ਦੇਖੋ, ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਬੱਚਿਆਂ ਨੂੰ ਕਿੱਦਾਂ ਸੇਫ ਰੱਖਣਾ, ਉਹਨਾਂ ਦੀ ਸੇਫਟੀ, ਹੈਲਥ ਐਂਡ ਸੇਫਟੀ, ਸਟਾਫ ਦੀ ਹੈਲਥ ਐਂਡ ਸੇਫਟੀ, ਤੇ ਗਾਂ ਫਿਰ ਬਾਕੀ ਪਰਿਵਾਰਾਂ ਦੀ ਵੀ ਹੈਲਥ ਐਂਡ ਸੇਫਟੀ। ਸੋ ਸਭ ਕੁਛ ਇਹ ਧਿਆਨ ਰੱਖ ਕੇ ਇਹ ਪਲਾਨ ਬਣਾਇਆ ਗਿਆ ਆ। ਦੇਖੋ, ਆਪਾਂ ਵਾਇਰਸ ਨੂੰ ਕੰਟਰੋਲ ਕਰ ਲਿਆ। ਆਪਾਂ ਨੂੰ ਪਤਾ ਜੇ ਆਪਾਂ ਆਪਣੇ ਹੱਥ ਧੋ ਕੇ ਰੱਖੀਏ, ਇੱਕ ਦੂਸਰੇ ਕੋਲੋਂ ਦੂਰ ਰਹੀਏ, ਵੀ ਇਹਦਾ ਪਰਹੇਜ਼ ਹੈਗਾ ਆ। ਸੋ ਕਈ ਮਾਂ ਪਿਓ ਤਾਂ ਕਹਿੰਦੇ ਆ ਵੀ ਬੱਚਿਆਂ ਦੇ ਸਕੂਲ ਖੁੱਲ੍ਹਣੇ ਚਾਹੀਦੇ ਆ, ਕਈ ਕਹਿੰਦੇ ਆ ਨਹੀਂ ਸਾਨੂੰ ਤਾਂ ਬਹੁਤ ਡਰ ਲੱਗਦਾ ਆ। ਮੈਂ ਹਰੇਕ ਮਾਂ ਪਿਓ ਨੂੰ ਕਹੂੰਗੀ ਇਹ ਉਹਨਾਂ ਦਾ ਪਰਸਨਲ ਡਿਸੀਜਨ ਹੈਗਾ ਆ। ਪਰਸਨਲ ਡਿਸੀਜਨ ਆ ਵੀ ਉਹਨਾਂ ਨੇ ਇਸ ਮਾਹੌਲ ਦੇ ਵਿੱਚ ਆਪਣੇ ਬੱਚੇ ਨੂੰ ਸਕੂਲ ਭੇਜਣਾ ਕਿ ਨਹੀਂ ਭੇਜਣਾ। ਅੱਜ ਮਿਨਿਸਟਰ ਨੇ ਵੀ ਕਿਹਾ ਸੀਗਾ, ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਬੱਚਾ ਘਰ ਰਹੂਗਾ ਉਹਨੂੰ ਆਨਲਾਈਨ ਲਰਨਿੰਗ ਜਿੱਦਾਂ ਹੁਣ ਮਿਲਦੀ ਆ ਗਾਂ ਵੀ ਮਿਲਦੀ ਰਹੂਗੀ। ਉਹਦੇ ਵਿੱਚ ਕੋਈ ਕਿਸੇ ਦੇ ਉੱਪਰ ਪ੍ਰੈਸ਼ਰ ਨਹੀਂ ਪੈਣਾ, ਕਰਕੇ ਹਰੇਕ ਦਾ ਫੈਮਿਲੀ ਸਿਚੁਏਸ਼ਨ ਡਿਫਰੈਂਟ ਆ। ਜੇ ਮੇਰੇ ਘਰ ਵਿੱਚ 2 ਬਜ਼ੁਰਗ ਹੈਗੇ ਆ, ਇੱਕ ਦੀ ਸਿਹਤ ਨਹੀਂ ਠੀਕ, ਤੇ ਮੈਂ ਫਿਰ 2 ਵਾਰੀ ਸੋਚੂੰਗੀ ਆਪਣੇ ਬੱਚੇ ਨੂੰ ਸਕੂਲੇ ਪਾਉਣ ਵਿੱਚ, ਬਿਕਾਜ਼ ਉਹਦੇ ਨਾਲ ਫਿਰ ਬੱਚੇ ਨੇ ਘਰ ਆਉਣਾ ਵਾਪਸ, ਉੱਥੇ ਬੱਚੇ ਦੂਸਰੇ ਬੱਚਿਆਂ ਦੇ ਨਾਲ ਵੀ ਖੇਲਣਾ ਆ, ਰਾਈਟ। ਸੋ ਪਰ ਕਈ, ਮੈਂ ਆਪਣੇ ਦੂਰ ਨਹੀਂ ਜਾਂਦੀ, ਆਪਣੀ ਦੋਤੀ ਦੀ ਗੱਲ ਕਰ ਲੈਂਦੀ ਹਾਂ। 3 years old ਆ ਉਹਦੇ ਕੋਲ। ਉਹ ਆਪ ਕਹਿੰਦੀ ਵੀ ਮੇਰਾ ਦਿਲ ਨਹੀਂ ਹਾਲੇ, ਕਹਿੰਦਾ ਵੀ ਮੈਨੂੰ ਸੇਫ ਨਹੀਂ ਲੱਗਦਾ ਵੀ ਮੈਂ ਅਲੀਆ ਨੂੰ ਵਾਪਸ ਡੇ ਕੇਅਰ ਦੇ ਵਿੱਚ ਹਾਲੇ ਪਾ ਦੇਵਾਂ। ਕਹਿੰਦੀ ਮੈਂ 2-3 ਹਫ਼ਤੇ ਦੇਖਣਾ ਚਾਹੁੰਦੀ ਹਾਂ ਵੀ ਕਿੱਦਾਂ ਕੀ ਇੰਪੈਕਟ ਹੁੰਦੀ ਹੈ। ਕਹਿੰਦੀ ਮੈਂ ਫੇਰ ਸੋਚੂੰਗੀ। ਫਿਰ ਉਹ ਮੈਨੂੰ ਕਹਿੰਦੀ ਮਾਮਾ ਵਾਟ ਡੂ ਯੂ ਥਿੰਕ, ਮੈਨੂੰ ਮਾਮਾ ਕਹਿੰਦੇ ਆ ਨਾ। ਮੈਂ ਕਿਹਾ ਦੇਖ ਬੇਟਾ, ਦਿਸ ਇਜ਼ ਯੋਰ ਚੋਇਸ, ਤੂੰ ਮਾਂ ਆ, ਤੈਨੂੰ ਆਪ
ਸੋਚਣਾ ਪੈਣਾ, ਇਹ ਵੀ ਸੋਚ ਵੀ ਇਹਦੀਆਂ ਵੀ ਲੋੜਾਂ ਕੀ ਆ ਖੇਲਣ ਦੀਆਂ ਵਗੈਰਾ, ਪਰ ਉਹਦੇ ਕੋਲ ਅਬਿਲਿਟੀ ਹੈਗੀ ਆ ਤੇ ਨਾਲ ਐਕਸਟੈਂਡਡ ਫੈਮਿਲੀ ਵੀ ਘਰ ਵਿੱਚ ਰਹਿੰਦੀ ਆ ਵੀ ਉਹਨੂੰ ਨਿੱਕੀ ਜੀ ਬੱਚੀ ਨੂੰ ਕਾਫੀ ਐਂਟਰਟੇਨ ਰੱਖੀ ਸਕਦੇ ਆ। ਪਰ ਕਈ ਘਰਾਂ ਦੇ ਵਿੱਚ ਜਦੋਂ ਮਾਂ ਪਿਓ ਨੇ ਕੰਮਾਂ ਤੇ ਮੁੜ ਕੇ ਚੱਲ ਜਾਣਾ ਆ, ਉਦੋਂ ਫਿਰ ਡੇ ਕੇਅਰ ਦਾ ਵੀ ਔਖਾ ਹੋ ਜਾਣਾ, ਫਿਰ ਸਕੂਲਾਂ ਦੇ ਵੀ ਖੁੱਲ੍ਹਣ ਦੀ ਜ਼ਰੂਰਤ ਹੈਗੀ ਆ। ਪਰ ਆਪਾਂ ਜਦੋਂ ਸਕੂਲਾਂ ਦਾ ਸੋਚੀਦਾ ਆ ਨਾ, ਇਹ ਪ੍ਰੈਸ਼ਰ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ। ਅੱਜ ਪ੍ਰੀਮੀਅਰ ਨੇ ਵੀ ਕਿਹਾ ਸੀਗਾ ਇਹ ਪੈਰੈਂਟਲ ਚੋਇਸ ਹੋਊਗੀ, ਵੀ ਕਿਸੇ ਵੀ ਪੈਰੈਂਟ ਤੇ ਪ੍ਰੈਸ਼ਰ ਨਾ ਪਾਇਆ ਜਾਊਗਾ ਵੀ ਤੁਸੀਂ ਬੱਚਿਆਂ ਨੂੰ ਭੇਜੋ। ਪਰ ਇਹ ਵੀ ਮੈਂ ਕਹੂੰਗੀ ਕਈ ਸਕੂਲ ਹੁਣ ਵੀ ਖੁੱਲ੍ਹੇ ਆ, ਸਾਰੇ ਸੋਚਦੇ ਆ ਸਾਰੇ ਸਕੂਲ ਬੰਦ ਆ, ਹੁਣ ਵੀ ਸਕੂਲ ਖੁੱਲ੍ਹੇ ਆ। ਹੁਣ ਕਈ ਟੀਚਰ ਹੈਗੇ ਆ ਜਿਹੜੇ ਸਕੂਲ ਜਾ ਕੇ ਹੁਣ ਵੀ ਪੜ੍ਹਾ ਰਹੇ ਆ। ਉਹ ਜਿਹੜੇ ਆਪਣੇ ਐਸੈਂਸ਼ੀਅਲ ਸਰਵਿਸ ਵਰਕਰਸ ਆ, ਉਹਨਾਂ ਦੇ ਬੱਚੇ ਸਕੂਲੇ ਜਾਂਦੇ ਆ। ਸੋ ਇਸ ਕਰਕੇ ਸਕੂਲ ਡਿਸਟ੍ਰਿਕਟ ਕੋਲ ਐਕਸਪੀਰੀਅੰਸ ਹੈਗਾ ਆ। ਅੱਜ ਜਿਸ ਤਰ੍ਹਾਂ ਮਿਨਿਸਟਰ ਨੇ ਕਿਹਾ ਸੀਗਾ, ਮਿਨਿਸਟਰ ਫਲੈਮਿੰਗ ਨੇ, ਵੀ ਜਿਹੜੇ K to 5 ਕਲਾਸਿਸ ਹੋਣਗੀਆਂ, ਓਨਲੀ ਹਾਫ ਵਿਲ ਗੋ ਟੂ ਸਕੂਲ ਔਨ ਵਨ ਡੇ, ਰਾਈਟ। ਜੋ ਹਾਫ 'ਚ 10 ਬੱਚੇ ਕਲਾਸ ਵਿੱਚ ਹੋਣਗੇ, ਉਹ 10 ਵਿੱਚੋਂ ਜੋ 2-3 ਮਾਂ ਪਿਓ ਆਪਣੇ ਬੱਚਿਆਂ ਨੂੰ ਘਰ ਰੱਖ ਲੈਣਗੇ, 7 ਬੱਚੇ ਹੋਣਗੇ ਇੱਕ ਕਲਾਸ ਦੇ ਵਿੱਚ। ਸੋ ਇਸ ਕਰਕੇ ਬੱਚਿਆਂ ਨੂੰ ਸਮਝਾਉਣ ਦੀ ਵੀ ਲੋੜ ਆ। ਬੱਚੇ ਬਹੁਤ ਸਮਝਦਾਰ ਆ, ਜਿੱਦਾਂ ਮੈਂ ਸੋਚਿਆ, ਜਿੱਦਾਂ ਤੁਸੀਂ ਉਹਨਾਂ ਨੂੰ ਸਿਖਾਲ ਦਮੋ ਸਿੱਖ ਵੀ ਜਾਂਦੇ ਆ। ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ, ਪਰ ਸਭ ਕੁਝ ਸਮਝਾਉਣਾ ਵੀ ਚਾਹੀਦਾ। ਬੱਚਿਆਂ ਦੀ ਤੁਸੀਂ ਗੱਲ ਕੀਤੀ ਸੀ, ਜਿਵੇਂ ਹੁਣ ਗਾਈਡਲਾਈਨਸ ਵਰਕ ਸੇਫ BC ਦੇ ਨਾਲ ਆ, ਤੁਸੀਂ ਕਿਹਾ ਐਕਸਪੀਰੀਅੰਸ ਹੈਗਾ ਸਕੂਲ ਬੋਰਡ ਨੂੰ ਕੰਮ ਕਰਨ ਦਾ, ਪਰ ਫਿਰ ਵੀ ਉਹਨਾਂ ਨੂੰ ਆਪਣੀਆਂ ਗਾਈਡਲਾਈਨਸ ਦੇਣੀਆਂ ਪੈਣਗੀਆਂ ਕਿ ਅਸੀਂ ਇਸ ਗਾਈਡਲਾਈਨ ਦੇ ਥਰੂ ਬੱਚਿਆਂ ਨੂੰ ਪੜ੍ਹਾਵਾਂਗੇ। ਹੁਣ ਪੇਰੈਂਟਸ ਦੀ ਆਪਣੀ ਚੋਇਸ ਹੈਗੀ ਹੈ ਕਿ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਭੇਜਣਾ ਹੈ ਕਿ ਨਹੀਂ ਭੇਜਣਾ। ਸੋ ਹੁਣ ਕੋਈ ਰਾਈਟ ਅਮਾਊਂਟ ਦੱਸਣਗੇ ਕਿ ਇੰਨੇ ਬੱਚੇ ਆ ਸਕਦੇ ਆ। ਜੇ ਜ਼ਿਆਦਾ ਪੇਰੈਂਟਸ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਭੇਜਣਾ ਹੈਗਾ ਆ, ਸੋ ਇੱਕ ਦਿਨ ਦੇ ਵਿੱਚ ਜੇ ਜ਼ਿਆਦਾ ਬੱਚੇ ਕਹਿ ਰਹੇ ਆ ਕਿ ਅੱਜ ਅਸੀਂ ਆਉਣਾ ਹੈ, ਸੋ ਉਹਨਾਂ ਦੇ ਲਈ ਡਿਫਰੈਂਟ ਡੇ ਅਲਾਟ ਕੀਤੇ ਜਾਣਗੇ। ਬਿਲਕੁਲ ਇਹ ਨਹੀਂ ਕਿਹਾ ਆ ਵੀ, ਇਹ ਕਿਹਾ ਹੈ ਵੀ it will be within what is allowed under the health orders as well. Dr. Henry, WCB, health and safety, school boards ਦੇ ਵਿੱਚ health and safety committees ਕਾਫੀ ਜ਼ਬਰਦਸਤ ਹੈਗੀਆਂ ਆ। The BC Teachers Federation, local teachers unions, the school boards, ਸਾਰੇ ਰਲ ਮਿਲ ਕੇ collaboratively ਵਿੱਚ QP workers, because ਉਹਨਾਂ ਦਾ ਵੀ ਬਹੁਤ ਇੰਪੋਰਟੈਂਟ ਕੰਮ ਹੈਗਾ ਸਕੂਲਾਂ ਦੇ ਵਿੱਚ। ਇੱਕ ਸਫਾਈ ਦਾ ਵੀ ਹੈਗਾ ਆ, ਤੇ ਉਧਰੋਂ ਐਜੂਕੇਸ਼ਨ ਅਸਿਸਟੈਂਟਸ ਵੀ QP ਵਾਲੇ ਹੈਗੇ ਆ। ਇਹ ਸਾਰੇ ਬੈਠ ਕੇ ਹੀ ਹੁਣ ਸਲਾਹ ਕਰਦੇ ਆ ਵੀ ਕਿੱਦਾਂ ਸਕੂਲ ਖੋਲ੍ਹਣੇ ਚਾਹੀਦੇ ਆ। ਦੇਖੋ, ਜਿਸ ਤਰ੍ਹਾਂ ਰੈਸਟੋਰੈਂਟਸ ਓਨਰਸ ਜਿਹੜੇ ਹੈਗੇ ਆ, ਉਹਨਾਂ ਨੂੰ ਪਤਾ ਆ ਵੀ ਕਿਹੜੀਆਂ ਚੀਜ਼ਾਂ ਦੀ ਸਾਨੂੰ ਚੈਲੰਜਸ ਹੋਣੀਆਂ ਆ। ਉਸ ਤਰੀਕੇ ਦੇ ਨਾਲ ਜਿਹੜੇ ਐਜੂਕੇਸ਼ਨ ਵਿੱਚ ਕੰਮ ਕਰ ਰਹੇ ਆ, ਟੀਚਰਸ, ਪ੍ਰਿੰਸੀਪਲਸ, QP ਵਰਕਰਸ, ਐਜੂਕੇਸ਼ਨ ਅਸਿਸਟੈਂਟਸ, ਉਹਨਾਂ ਨੂੰ ਵੀ ਪਤਾ ਆ ਵੀ ਸਾਡੇ ਸਕੂਲਾਂ ਵਿੱਚ ਕਿਹੜੀਆਂ ਚੈਲੰਜਸ ਹੈਗੀਆਂ ਆ, ਵੀ ਅਸੀਂ ਇਹਨਾਂ ਨੂੰ ਕਿੱਦਾਂ ਨੂੰ ਸੰਭਾਲਣਾ ਆ। ਤੇ ਸਭ ਕੁਝ ਹਰੇਕ ਸਕੂਲ ਡਿਸਟ੍ਰਿਕਟ ਕਲੀਅਰਲੀ ਆਪੋ ਆਪਣੇ ਡਿਸਟ੍ਰਿਕਟ ਵਿੱਚ ਐਲਾਨ ਕਰੂਗੀ। ਦੇਖੋ, ਜਦੋਂ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਵੀ ਇੱਕ ਦਿਨ ਸਿਰਫ ਹਾਫ ਕਲਾਸ ਜਾਊਗੀ, ਕਿੰਡਰਗਾਰਟਨ ਦੀ, ਆਪਾਂ ਗ੍ਰੇਡ 1 ਦੀ ਕਹਿ ਲਈਏ, ਗ੍ਰੇਡ 1 ਦੀ ਹਾਫ ਕਲਾਸ ਜਾਊਗੀ। ਉਹ ਹਾਫ ਕਲਾਸ ਵਿੱਚੋਂ ਜੇ ਥੋੜੇ ਪੇਰੈਂਟਸ ਕਹਿ ਦਿੱਤਾ ਵੀ ਅਸੀਂ ਨਹੀਂ ਬੱਚੇ ਭੇਜਣੇ, ਉਹ ਫਿਰ ਘਰ ਰਹਿਣਗੇ। ਉਹਦਾ ਮਾੜਾ ਅਸਰ ਨਹੀਂ ਪੈਣਾ, ਬਾਕੀ ਸਮਾਂ ਤੇ ਸਕੂਲੇ ਉਦੋਂ ਵੀ ਕੰਮ ਹੋ ਜਾਣਗੇ। ਇਹ ਨਹੀਂ ਵੀ ਉਹ ਸੀਟਾਂ ਫਿਰ ਹੋਰ ਬੱਚਿਆਂ ਨੂੰ ਲਿਆ ਕੇ ਭਰ ਦੇਣੀਆਂ, ਰਾਈਟ। ਇੱਦਾਂ ਹੀ ਗ੍ਰੇਡ 5 ਦੇ ਨਾਲ। ਐਂਡ ਪਲੇ ਪਹਿਲਾਂ ਤਾਂ ਕਹਿੰਦੇ ਲਿਮਿਟਿਡ ਹੋਊਗੀ, ਵੀ ਬਾਹਰ ਪਲੇਗਰਾਊਂਡ ਵਿੱਚ ਬੱਚਿਆਂ ਨੂੰ ਥੋੜ੍ਹਾ ਕਾਬੂ ਰੱਖਣਾ ਔਖਾ ਹੋ ਜਾਂਦਾ ਆ। ਪਰ ਇਹ ਵੀ ਥੋੜ੍ਹਾ ਕੁ ਸਾਰੇ ਮੈਨੂੰ ਪਤਾ ਆ ਸਮਝਦੇ ਬਾਜੇ ਵੇਲੇ ਵੀ ਸਾਨੂੰ ਬਹੁਤ ਕਲੀਅਰ ਸਭ ਕੁਛ ਚਾਹੀਦਾ ਆ। ਪਰ ਮੈਂ ਲਾਈਫ ਦੇ ਵਿੱਚ ਦੇਖਿਆ ਵੀ ਪਹਿਲੀ ਵਾਰੀ ਆ ਆਪਾਂ ਇਸ ਤਰ੍ਹਾਂ ਦੀ ਪੈਂਡੈਮਿਕ ਦੇਖੀ ਆ ਇਸ ਜਨਰੇਸ਼ਨ ਨੇ, ਮੇਰੀ ਲਾਈਫ ਟਾਈਮ ਦੇ ਵਿੱਚ ਜੀ। ਤੇ ਇਸ ਕਰਕੇ ਵੀ ਕੋਈ ਵੀ ਕਿਸੇ ਨੇ ਪਹਿਲਾਂ ਕਿਤਾਬ ਨਹੀਂ ਲਿਖੀ ਵੀ ਪਹਿਲਾਂ ਆਹ ਕਰੋ, ਪਹਿਲਾਂ ਆਹ ਕਰੋ। ਇਸ ਕਰਕੇ ਬੇਸਡ ਔਨ ਦ ਬੈਸਟ ਸਾਇੰਸ, ਬੈਸਟ scientific research from Dr. Henry, working with the health and safety and working with the professionals, ਤੁਸੀਂ ਫਿਰ ਸਕੂਲ ਖੋਲ੍ਹਣ ਲੱਗੇ ਆ। ਤੇ ਉਹਨਾਂ ਉੱਪਰ ਪੂਰਾ ਧਿਆਨ ਵੀ ਰੱਖਿਆ ਜਾਊਗਾ। ਜੇ ਗਾਂ ਹੋਰ ਇਨਫੋਰਮੇਸ਼ਨ ਆ ਗਿਆ, ਸ਼ਾਇਦ ਸਕੂਲ ਨਾ ਖੁੱਲ੍ਹਣ, ਰਾਈਟ। ਆਪਾਂ ਇਹ ਨਹੀਂ ਕਹਿ ਸਕਦੇ। ਇਹ ਵੀ ਮਿਨਿਸਟਰ ਫਲੈਮਿੰਗ ਵਾਜ਼ ਵੈਰੀ ਕਲੀਅਰ। ਇਹ ਕਿਹਾ ਸੀਗਾ ਵੀ ਜੇ ਸਭ ਕੁਛ ਠੀਕ ਚੱਲੂਗਾ, ਫਿਰ ਸਪਟੈਂਬਰ ਨੂੰ ਸਕੂਲ ਫੁੱਲ ਟਾਈਮ ਖੁੱਲ੍ਹਣਗੇ। ਉਹਨੇ ਨਹੀਂ ਸੀ ਕਿਹਾ ਜਿੱਦਾਂ ਮਰਜ਼ੀ ਹੋਵੇ ਸਕੂਲ ਖੁੱਲ੍ਹ ਜਾਣਗੇ। ਉਹ ਇਹ ਵੀ ਕਹਿੰਦੇ ਆ, ਇਫ ਐਵਰੀਥਿੰਗ ਗੋਜ਼ ਅਕੋਰਡਿੰਗ ਟੂ ਪਲਾਨ,
ਫਿਰ ਸਕੂਲ ਖੁੱਲ੍ਹਣਗੇ। ਸੋ ਇਹ ਬਹੁਤ ਹੀ ਇੰਪੋਰਟੈਂਟ ਹੈਗਾ ਆਪਾਂ ਨੂੰ ਸਮਝਣ ਨੂੰ। ਇਹ ਐਵੇਂ ਨਹੀਂ ਸਕੂਲ ਖੁੱਲ੍ਹ ਜਾਣੇ, ਬਹੁਤ ਹੀ ਪਲਾਨਿੰਗ ਹੋਣੀ ਆ। ਜਿਸ ਤਰ੍ਹਾਂ ਬਿਜ਼ਨੈਸਿਸ ਲਈ ਵੀ ਬਹੁਤ ਹੀ ਡਿਫਰੈਂਟ ਤਰੀਕੇ ਦੀ ਪਲਾਨਿੰਗ ਹੋਣੀ ਆ, ਹਰੇਕ ਡਿਫਰੈਂਟ ਸੈਕਟਰ ਦੇ ਨਾਲ। ਸੋ ਸਾਰਿਆਂ ਦੇ ਲਈ ਡਿਫਰੈਂਟ ਗਾਈਡਲਾਈਨਸ ਹੈਗੀਆਂ। ਚਿਲਡਰਨਸ ਦੀ ਸੇਫਟੀ ਜਿਹੜੀ ਉਹ ਮਸਟ ਹੈਗੀ ਹੈ। ਸੋ ਚਿਲਡਰਨ ਨੂੰ ਇਹ ਨਹੀਂ ਹੈਗਾ ਕਿ ਜੇ ਬੱਚੇ ਸਕੂਲ ਦੇ ਵਿੱਚ ਜਾ ਰਹੇ ਆ ਤੇ ਉਹਨਾਂ ਦੀ ਸੇਫਟੀ ਨਹੀਂ ਦੇਖੀ ਜਾਏਗੀ। ਹੁਣ ਜੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਤਾਂ ਬੱਚੇ ਘਰਾਂ ਦੇ ਵਿੱਚ ਨੇ, ਲਰਨਿੰਗ ਕਲਾਸਿਸ ਚੱਲ ਰਹੀਆਂ ਨੇ ਨਾਲ ਹੁਣ ਜਦੋਂ ਅਸੀਂ ਛੁੱਟੀਆਂ ਦਾ ਟਾਈਮ ਆ ਰਿਹਾ ਤੇ ਨਾਲ ਸਮਰ ਪ੍ਰੋਗਰਾਮ ਵੀ ਸ਼ੁਰੂ ਹੋ ਜਾਂਦੇ ਆ ਬੱਚਿਆਂ ਦੇ, ਆਲਰੇਡੀ ਸਾਈਨ ਅਪ ਹੋ ਜਾਂਦੇ ਆ। ਕੀ ਸਟੇਟਸ ਹੈਗਾ ਆ ਸਮਰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਦਾ? ਇਹ ਹਾਲੇ ਆਪਾਂ ਕੁਝ ਕਹਿ ਨਹੀਂ ਸਕਦੇ। ਜਿੱਦਾਂ ਮੈਂ ਪਹਿਲਾਂ ਕਹਿੰਦੀ ਸੀਗੀ ਵੀ ਆਪਾਂ ਨੇ ਕੋਈ ਇੱਦਾਂ ਦੀ ਆਪਾਂ ਪਲਾਨਿੰਗ ਨਹੀਂ ਕਰ ਸਕਦੇ ਵੀ ਆਉਂਦੇ ਮਹੀਨੇ ਨੂੰ ਆਹ ਹੋਊਗਾ, ਕਰਕੇ ਆਪਾਂ ਨੂੰ ਪਤਾ ਨਹੀਂ ਆਉਂਦੇ 30 ਦਿਨਾਂ ਦੇ ਵਿੱਚ ਕੀ ਹੋਣਾ। ਸੋ ਸਮਰ ਪ੍ਰੋਗਰਾਮਸ ਕਈ ਰਜਿਸਟ੍ਰੇਸ਼ਨ ਹੋਊਗਾ, ਲਾਈਕ ਆਨਲਾਈਨ ਲਰਨਿੰਗ ਜਿਹੜੀ ਅੱਗੇ ਵੀ ਹੁੰਦੀ ਸੀ ਹੁਣ ਵੀ ਹੋਊਗੀ, ਉਹ ਆਨਲਾਈਨ ਹੁੰਦੀ ਹੈ। ਤੇ ਗਾਂ ਜਿਹੜੇ ਸਮਰ ਕੋਰਸਿਸ ਹੁੰਦੇ ਸੀ ਉਹ ਮੈਨੂੰ ਲੱਗਦਾ ਆਨਲਾਈਨ ਹੀ ਹੋਣਗੇ, ਬਟ ਮੈਂ ਪੱਕਾ ਨਹੀਂ ਹਾਲੇ ਕਹਿ ਸਕਦੀ। ਜਿਹੜੀ ਬਾਕੀ ਐਕਟੀਵਿਟੀ ਸਾਡੇ ਬੱਚੇ ਕੈਂਪਸ 'ਤੇ ਜਾਂਦੇ ਆ, ਆਹ ਕਰਦੇ ਹੁੰਦੇ ਆ, ਮੇਰੇ ਬੱਚੇ ਸਾਰਿਆਂ ਨੇ ਕੀਤਾ ਆ, ਉਹਦਾ ਨਹੀਂ ਹਾਲੇ ਆਪਾਂ ਕੁਛ ਕਹਿ ਸਕਦੇ। ਉਹਦਾ ਵੀ ਹੈਵ ਟੂ ਵੇਟ ਫॉर ਡਾਕਟਰ ਹੈਨਰੀ। ਐਂਡ ਰਿਮੈਂਬਰ ਹਾਲੇ ਆਪਾਂ ਫੇਜ਼ 1 ਦੇ ਵਿੱਚ ਹੈਗੇ ਆ। ਜਦੋਂ ਫੇਜ਼ 2 ਦੇ ਵਿੱਚ ਜਾਣਾ ਆ ਉਦੋਂ ਬਹੁਤ ਹੀ ਕੋਸ਼ਿਅਸਲੀ, ਫਿਰ ਫੇਜ਼ 2 ਆਪਾਂ ਮੋਨੀਟਰ ਕਰਨੀ ਆ। ਜੇ ਫੇਜ਼ 2 ਦੇ ਵਿੱਚ ਮੋਨੀਟਰ ਆਪਾਂ ਕੀਤਾ ਤੇ ਸਭ ਕੁਛ ਠੀਕ ਚੱਲਦਾ ਰਿਹਾ ਜਿੱਦਾਂ ਐਸੇ ਹੁਣ ਚੱਲਦਾ, ਇਦੋਂ ਵੀ ਨੰਬਰ ਆਪਣੇ ਘਟ ਗਏ, ਫਿਰ ਆਪਾਂ ਨੈਕਸਟ ਫੇਜ਼ ਦਾ ਸੋਚ ਸਕਦੇ ਹਾਂ। ਪਰ ਇਹ ਨਹੀਂ ਵੀ ਆਪਣੇ ਕੋ ਵੀ ਤੁਸੀਂ ਪਲਾਨ ਬਣਾ ਲਵੋ, ਪਰ ਇਹ ਵਾਇਰਸ ਐਸਾ ਹੈਗਾ ਆ ਵੀ ਆਪਾਂ ਇੱਦਾਂ ਨਹੀਂ ਵੀ ਇਹ ਪਲਾਨ ਬਣ ਗਏ, ਪਲਾਨ ਪੱਕੇ ਆ, ਬਦਲ ਸਕਦੇ ਆ। ਕਿਉਂਕਿ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈਗਾ। ਹੁਣ ਜੇ ਅਸੀਂ ਅਪਡੇਟਸ ਦੀ ਗੱਲ ਕਰੀਏ ਤੇ ਹਰ ਦਿਨ ਹਰ ਵੇਲੇ ਸਾਨੂੰ ਨਵੀਆਂ ਅਪਡੇਟਸ ਮਿਲ ਰਹੀਆਂ। ਕਈ ਵਾਰ ਤਾਂ ਅਸੀਂ ਵੀ ਕਨਫਿਊਜ਼ ਹੋ ਜਾਂਦੇ ਹਾਂ ਕਿ ਕਿਹੜੀ ਅਪਡੇਟ ਫੈਡਰਲ ਵੱਲੋਂ ਆਈ ਹੈ, ਕਿਹੜੀ ਪ੍ਰੋਵਿੰਸ ਵੱਲੋਂ ਆਈ ਹੈ। ਸੋ ਬਹੁਤ ਕੁਝ ਹੋ ਰਿਹਾ ਹੈਗਾ ਆ। ਪਰ ਹੁਣ ਬਿਜ਼ਨਸਿਸ ਦਾ ਸੈਕਿੰਡ ਜਿਹੜਾ ਫੇਜ਼ ਜਿਹੜਾ ਹੋਣਾ ਆ ਉਹਦੇ ਵਿੱਚ ਜਿਮ ਦੀ ਵੀ ਜਿਹੜੀ ਹੁਣ ਪਹਿਲਾਂ ਕਹਿ ਰਹੇ ਸੀ ਕਿ ਹਜੇ ਖੁੱਲ੍ਹਣੇ ਨਹੀਂ ਹੈਗੇ, ਸੋ ਹੁਣ ਕਹਿ ਰਹੇ ਆ ਕਿ 19 ਤਰੀਕ ਨੂੰ ਉਹ ਵੀ ਖੁੱਲ੍ਹ ਜਾਣਗੇ। ਸੋ ਇਜ਼ ਦੈਟ ਅ ਸੇਫ ਆਪਸ਼ਨ? ਦੇਖੋ, ਵਨਸ ਅਗੇਨ ਡਾਕਟਰ ਹੈਨਰੀ ਦੇ ਆਰਡਰਸ ਦੇ ਮੁਤਾਬਕ ਹਰੇਕ ਬਿਜ਼ਨਸ ਨੂੰ ਕਿਹਾ ਗਿਆ ਆ ਵੀ ਜੇ ਤੁਹਾਡੇ ਕੋਲ ਪਲਾਨ ਹੈਗਾ ਆ ਵੀ ਤੁਸੀਂ ਸੇਫਲੀ ਖੁੱਲ੍ਹ ਸਕਦੇ ਆ, ਜੇ ਤੁਹਾਡੇ ਕੋਲ ਹੈਗਾ ਆ ਫਿਰ ਤੁਹਾਨੂੰ ਇਜਾਜ਼ਤ ਮਿਲੂਗੀ, ਰਾਈਟ? ਸੋ ਆਪਾਂ ਇਹ ਨਹੀਂ ਕਹਿ ਸਕਦੇ ਬਈ ਹਰੇਕ ਜਿਮ ਨੇ ਖੁੱਲ੍ਹ ਜਾਣਾ ਆ। ਕਈ ਜਿਮ ਐਸੇ ਹੈਗੇ ਆ, ਫੋਰ ਐਗਜ਼ਾਮਪਲ ਯੋਗਾ ਕਲਾਸਿਸ, ਤੁਸੀਂ ਯੋਗਾ ਕਲਾਸਿਸ ਕਰਦੇ ਆ, ਅੱਗੇ ਜਿੱਥੇ ਤੁਹਾਡੇ ਕੋਲ 30 ਹੋਣਗੇ ਤੁਸੀਂ ਉੱਥੇ 5 ਕਰ ਦੋਗੇ, ਰਾਈਟ? ਫਿਜ਼ੀਕਲੀ ਰਿਮੂਵਡ ਮੈਟ ਲੋਕ ਆਪਣੇ ਲੈ ਕੇ ਆਉਂਦੇ ਆ, ਬਾਕੀ ਤੁਸੀਂ ਸਟੈਰਲਾਈਜ਼ ਕਰ ਦੋਗੇ। ਸੋ ਇੱਦਾਂ ਨਹੀਂ ਮੈਂ ਕਹਿਣਾ ਚਾਹੁੰਦੀ, ਪਰ ਮੈਨੂੰ ਨਹੀਂ ਲੱਗਦਾ ਵੀ ਮੈਜੋਰਿਟੀ ਆਫ ਜਿਮਸ ਖੁੱਲ੍ਹਣਗੇ, ਕਿਉਂਕਿ ਹਾਲੇ ਵੀ ਕਾਫੀ ਚੈਲੰਜਸ ਹੈਗੀਆਂ ਹੈ ਜਿਮਸ ਲਈ। ਪਰ ਜਿਨ੍ਹਾਂ ਨੇ WCB ਦੇ ਨਾਲ ਮਿਲ ਕੇ ਪਲਾਨ ਬਣਾ ਲਿਆ ਉਹਨਾਂ ਨੂੰ ਗਾਂ ਕੋਈ ਰੁਕਾਵਟ ਨਹੀਂ ਹੋਣੀ। ਪਰ ਜਿੰਨਾ ਚੱਕਰ ਡਾਕਟਰ ਹੈਨਰੀ ਨਹੀਂ ਕਹਿੰਦੇ, ਆਪਾਂ ਇਹ ਨਹੀਂ ਸੋਚਣਾ ਵੀ ਇੱਕ ਵਾਰੀ ਕਿਸੇ ਦੇ ਮੂੰਹ ਚੋਂ ਨਿਕਲ ਗਿਆ ਸੁਣ ਲਿਆ ਵੀ ਸ਼ਾਇਦ ਆ ਵੀ ਹੋ ਜਾਊਗਾ, ਵੀ ਹੋ ਗਿਆ। ਯੂ ਹੈਵ ਟੂ ਮੀਟ ਦ ਹੈਲਥ ਐਂਡ ਸੇਫਟੀ ਪਲਾਨ, ਯੂ ਹੈਵ ਟੂ ਸ਼ੋ ਯੂ ਹੈਵ ਅ ਪਲਾਨ। ਸਿਰਫ ਆਪਣੇ EMPLOYEES ਲਈ ਨਹੀਂ, ਆਪਣੇ ਗ੍ਰਾਹਕਾਂ ਲਈ ਵੀ ਜਿਹੜੇ ਆਉਂਦੇ ਆ ਤੁਹਾਡੇ ਅੰਦਰ। ਐਂਡ ਹੈਲਥ ਐਂਡ ਸੇਫਟੀ ਇਜ਼ ਗੋਇੰਗ ਟੂ ਬੀ ਦ ਡਿਸਾਈਡਰ। ਜਿਹੜੀ ਸਾਇੰਸ ਹੈਗੀ ਆ ਉਹ ਇਨਫੋਰਮਡ ਕਰੂਗੀ। ਇਹ ਨਹੀਂ ਵੀ ਤੁਸੀਂ ਕਹਿ ਕੇ ਨਹੀਂ ਅਸੀਂ ਜਿਮ ਖੋਲ੍ਹ ਲੈਣਾ, ਇੱਦਾਂ ਨਹੀਂ ਜਿਮ ਖੁੱਲ੍ਹਣੇ। ਉਦੋਂ ਖੁੱਲ੍ਹਣਗੇ ਜਦੋਂ ਪੂਰੀਆਂ ਪ੍ਰਬੰਧਕਾਂ ਕੀਤੀਆਂ ਜਾਣਗੀਆਂ। ਅਸੀਂ ਹੈਲਥ ਦੀ ਗੱਲ ਕਰ ਰਹੇ ਹੈਗੇ ਹਾਂ ਤਾਂ ਇਲੈਕਟਿਵ ਸਰਜਰੀ ਸੀਗੀਆਂ ਉਹ ਰਿਜ਼ਿਊਮ ਕੀਤੀਆਂ ਜਾ ਰਹੀਆਂ। ਜਿਹੜਾ ਬੈਕਲੌਗ ਆ ਉਹਦਾ ਉਹ ਪੂਰਾ ਕਰਨ ਦੇ ਵਿੱਚ 2 ਸਾਲ ਲੱਗ ਜਾਣੇ ਹੈਗੇ ਆ। 24 ਮਹੀਨਿਆਂ ਦੇ ਵਿੱਚ ਸਾਰਾ ਕੁਝ ਹੋਣਾ ਆ। ਸੋ ਸਰਜਰੀਜ਼ ਦੁਆਰਾ ਰਿਜ਼ਿਊਮ ਹੋ ਰਹੀਆਂ ਕਿਉਂਕਿ ਪਹਿਲਾਂ ਬੈੱਡਸ ਖਾਲੀ ਕਰਵਾ ਲਏ ਗਏ ਸੀ। ਸੋ ਉਹਦੇ ਲਈ ਕੀ ਅਪਡੇਟਸ ਹੈਗੀਆਂ ਨੇ? ਦੇਖੋ, ਰਾਤ ਦਿਨ ਸਰਜਰੀਜ਼ ਚੱਲਣੀਆਂ, ਤੁਹਾਨੂੰ ਪਤਾ ਅੱਗੇ MRI ਵੀ ਰਾਤ ਦਿਨ ਚੱਲਦੇ ਰਹੇ ਆ। And Minister Dix, one of the hardest working ministers, ਮੈਨੂੰ ਪਤਾ ਆ ਵੀ ਹੁਣ ਆਪਣਾ ਸਾਰਾ ਸਟਾਫ ਜਿਹੜਾ ਆ ਫਰੇਜ਼ਰ ਹੈਲਥ, ਸਾਰੀ ਹੈਲਥ ਅਥਾਰਟੀਜ਼ ਨੂੰ ਕਿਹਾ ਆ ਵੀ ਜਿੰਨੀਆਂ ਵੀ ਸਰਜਰੀਜ਼ ਤੁਸੀਂ ਹੁਣ ਕਰ ਸਕਦੇ ਆ ਦਵਾ ਸ਼ਾਟ ਬੈਕ ਟੂ ਬੈਕ ਕਰੀ ਚੱਲੋ। ਉਹ ਉਹਨਾਂ ਨੇ ਕੰਮ ਸ਼ੁਰੂ ਕਰ ਦੇਣਾ ਆ। ਕਈਆਂ ਨੂੰ ਤੁਹਾਨੂੰ ਫੋਨ ਵੀ ਆ ਗਏ ਆ। ਅੱਜ ਮੈਂ ਕਿਸੇ ਨਾਲ ਗੱਲ ਕਰਦੀ ਸੀਗੀ, ਉਹ ਕਹਿੰਦੇ ਸੀ ਸਾਨੂੰ ਫੋਨ ਆ ਗਿਆ ਵੀ ਸਾਡੀ ਨੀ ਸਰਜਰੀ ਦਾ ਵੀ ਹੁਣ ਅਸੀਂ ਟੈਸਟ ਕਰਾਉਣ ਜਾਣੇ ਆ। ਸੋ ਦੈਟਸ ਆਲ ਗੁੱਡ ਨਿਊਜ਼। ਦੇਖੋ, ਸਾਨੂੰ ਸਰਜਰੀਜ਼ ਰੋਕਣੀਆਂ ਪਈਆਂ ਸੀਗੀਆਂ, ਇਲੈਕਟਿਵ ਸਰਜਰੀਜ਼, ਇਮਰਜੈਂਸੀ ਸਰਜਰੀਜ਼ ਤਾਂ ਅੱਗੇ ਵੀ ਹੁੰਦੀਆਂ ਰਹੀਆਂ।
ਇਲੈਕਟਿਵ ਸਰਜਰੀਜ਼ ਰੋਕਣੀਆਂ ਪਈਆਂ ਸੀਗੀਆਂ ਕਿਉਂਕਿ ਡਰ ਸੀਗਾ ਵੀ ਜੇ ਕੋਵਿਡ ਵਾਇਰਸ ਇੱਕਦਮ ਤਾਂ ਨੂੰ ਚੱਲ ਗਿਆ ਤਾਂ ਫਿਰ ਇੱਕ ਤਾਂ ਬੈੱਡਾਂ ਦੀ ਲੋੜ ਸੀਗੀ, ਇੱਕ ਉਹ ਜਿਹੜਾ ਸਟਾਫ ਸੀਗਾ ਉਹ ਵੀ ਜ਼ਰੂਰਤ ਸੀਗੀ ਉਹਨਾਂ ਨੂੰ ਵੀ ਡਿਪਲੋਏ ਕਰਨ ਦਾ। ਬਿਲਕੁਲ ਜੀ। ਨਹੀਂ, ਹੁਣ ਆਪਣੇ ਕੋਲ ਟਾਈਮ ਹੈਗਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਿਹੜੀ ਇਹ ਗੱਲਬਾਤ ਇੱਦਾਂ ਜਾਰੀ ਰਹੇਗੀ, ਤੁਹਾਡੇ ਤੋਂ ਹੋਰ ਅਪਡੇਟਸ ਲੈਂਦੇ ਆ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ। ਓਕੇ, ਸੋ ਅੱਜ ਗੱਲਬਾਤ ਹੋ ਰਹੀ ਹੈ ਜਿਨੀ ਸਿਮਸ ਦੇ ਨਾਲ, ਜਿਹੜੇ ਸਾਨੂੰ ਅਪਡੇਟਸ ਦੇ ਰਹੇ ਨੇ ਕਿ BC ਸਰਕਾਰ ਕੀ ਕੁਝ ਕਰ ਰਹੀ ਹੈ BC ਨਿਵਾਸੀਆਂ ਦੇ ਲਈ। ਰੁਕਦੇ ਆ ਕਮਰਸ਼ੀਅਲ ਬ੍ਰੇਕ ਦੇ ਲਈ, ਜਲਦ ਵਾਪਸ ਆਵਾਂਗੇ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ TV ਤੇ ਅੱਜ ਗੱਲਬਾਤ ਹੋ ਰਹੀ ਹੈ MLA ਜਿਨੀ ਸਿਮਸ ਦੇ ਨਾਲ। ਸੋ ਜਿਨੀ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਪੜ੍ਹਾਈ ਹੋਵੇਗੀ, ਤੇ ਹੁਣ ਜੌਬਸ ਦੀ ਜੇ ਗੱਲ ਕਰੀਏ ਤਾਂ ਜਿਹੜਾ ਐਮਰਜੈਂਸੀ ਫੰਡ ਰਿਲੀਜ਼ ਕੀਤੇ ਗਏ ਸੀਗੇ BC ਸਰਕਾਰ ਦੇ ਵੱਲੋਂ $1000 1 ਮਈ ਨੂੰ ਐਪਲੀਕੇਸ਼ਨਸ ਹੋਈਆਂ ਸੀ, ਤੇ ਹੁਣ ਤੱਕ 5 ਲੱਖ ਤੋਂ ਉੱਤੇ ਲੋਕਾਂ ਨੇ ਉਹਨੂੰ ਅਪਲਾਈ, 4 ਲੱਖ ਤੋਂ ਉੱਤੇ ਲੋਕਾਂ ਨੇ ਉਹਨਾਂ ਨੂੰ ਅਪਲਾਈ ਕੀਤਾ ਹੈਗਾ ਆ। ਸੋ ਇੰਨੀ ਜ਼ਿਆਦਾ ਲੋਕਾਂ ਨੇ ਅਪਲਾਈ ਕੀਤਾ ਆ। ਸੋ ਜਿਹੜੀਆਂ ਦੀਆਂ ਜੌਬਸ ਲੋਸਟ ਹੋਈਆਂ, ਸੋ ਉਹਦੇ ਲਈ ਕੀ ਪਲਾਨ ਹੋਵੇਗਾ ਅੱਗੇ BC ਸਰਕਾਰ ਦੇ ਵੱਲੋਂ? ਦੇਖੋ, ਇਕੋਨਮੀ ਨੂੰ ਰੀਸਟਾਰਟ ਕਰਨ ਨੂੰ ਜਿੱਦਾਂ ਪ੍ਰੀਮੀਅਰ ਜੌਨ ਹੋਗਨ ਕਹਿੰਦਾ ਆ ਵੀ ਲਾਈਟ ਸਵਿਚ ਹੈ ਨਹੀਂ ਵੀ ਤੁਸੀਂ ਪਹਿਲਾਂ ਥੱਲੇ ਨੂੰ ਕਰ ਦਿੱਤੀ ਸੀ ਹੁਣ ਔਨ ਕਰ ਦਈ ਹੈ। ਆਫ ਕਰਨਾ ਬਹੁਤ ਸੌਖਾ ਸੀ ਕੰਮ, ਟੂ ਡੂ ਅ ਲੋਕਡਾਊਨ, ਜਿੱਦਾਂ ਸੈਮੀ ਲੋਕਡਾਊਨ ਸੀਗੀ ਆਪਣੇ ਤਾਂ, ਰਾਈਟ। ਪਰ ਹੁਣ ਇਕੋਨਮੀ ਨੂੰ ਰੀਸਟਾਰਟ ਕਰਨ ਨੂੰ ਟਾਈਮ ਲੱਗਣਾ, ਉਹਦੇ ਲਈ ਵਕਤ ਚਾਹੀਦਾ ਹੈਗਾ ਆ। ਕਰਕੇ ਹਰੇਕ ਬਿਜ਼ਨਸ ਨੇ ਪਹਿਲਾਂ ਛੋਟਾ ਪੈਰ ਲਊਗਾ, ਤੁਰਨਾ ਸਿੱਖਣਗੇ ਤਾਂ ਫਿਰ ਦੌੜਨਾ ਪੈਣਾ ਆ। ਸੋ ਇੱਕਦਮ ਉੱਦਾਂ ਬਿਜ਼ਨਸ ਨਹੀਂ ਹੋ ਜਾਣੀ। ਰੈਸਟੋਰੈਂਟ ਬਿਜ਼ਨਸ ਤਾਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਅੱਗੇ ਆਪਣੇ ਫਰਾਈਡੇ ਨਾਈਟ ਨੂੰ, ਥਰਸਡੇ ਨਾਈਟ ਨੂੰ, ਸੈਟਰਡੇ ਸੰਡੇ ਰੈਸਟੋਰੈਂਟਸ 'ਤੇ ਜਾਈਏ, ਬੇਸ਼ੱਕ ਦੀ ਸਕਾਟ ਰੋਡ 'ਤੇ, ਜਿੱਥੇ ਮਰਜ਼ੀ ਸਾਰੀਆਂ ਭਰੀਆਂ ਪਈਆਂ ਹੁੰਦੀਆਂ ਸੀਗੀਆਂ। ਜਿਹੜੀਆਂ ਆਪਣੀਆਂ ਮੇਨ ਰੈਸਟੋਰੈਂਟਸ ਉੱਥੇ ਹੈਗੀਆਂ ਆ, ਉੱਥੇ ਲੋਕ ਪਤਾ ਨਹੀਂ ਲਾਈਨ ਅਪ ਵਿੱਚ ਕਿੰਨਾ ਚਿਰ ਵੇਟ ਕਰਦੇ ਸੀਗੇ। ਉਸ ਤੱਕ ਜਾਣ ਨੂੰ ਹਾਲੇ ਬਹੁਤ ਵਕਤ ਲੱਗਣਾ, ਕਰਕੇ ਆਪਾਂ ਇੱਦਾਂ ਇਕੱਠੇ ਨਹੀਂ ਹੋ ਸਕਦੇ। ਹੁਣ ਜਦੋਂ ਰੈਸਟੋਰੈਂਟਸ ਨੇ ਖੁੱਲ੍ਹਣਾ ਆ, ਥੋੜ੍ਹੇ ਅੰਦਰ ਬੈਠ ਸਕਦੇ ਆ, ਜੇ ਪਾਰਟੀ ਹੋਊਗਾ ਥੋੜ੍ਹੇ ਬਾਹਰ ਬੈਠ ਸਕਦੇ ਆ। ਜਿਹੜੀ ਟੇਕ ਆਊਟ ਬਿਜ਼ਨਸ ਹੈ ਉਹ ਤਾਂ ਚੱਲੀ ਜਾਊਗੀ। ਇਸ ਕਰਕੇ ਜਿਹੜੇ ਉੱਥੇ ਸਾਰੇ ਕੰਮ ਕਰਦੇ ਸੀਗੇ ਉਹ ਹਰੇਕ ਨੂੰ ਤਾਂ ਨਹੀਂ ਵਾਪਸ ਸੱਦਣਾ ਇਸ ਵਕਤ। ਸੋ ਉਹ ਟਾਈਮ ਲੱਗੂਗਾ, ਜਿੱਦਾਂ ਜਿੱਦਾਂ ਲੋਕਾਂ ਦੇ ਵਿੱਚ ਕੌਨਫੀਡੈਂਸ ਹੋ ਜਾਊਗੀ। ਮੈਨੂੰ ਤਾਂ ਲੱਗਦਾ ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ, ਜਿੰਨਾ ਚਿਰ ਇਲਾਜ ਨਹੀਂ ਆਉਂਦਾ, ਉਹਨਾਂ ਚਿਰ ਲੋਕਾਂ ਨੇ ਥੋੜ੍ਹਾ ਡਰ ਡਰ ਕੇ ਹੀ ਰਹਿਣਾ ਆ, ਅਤੇ ਪਰਹੇਜ਼ ਵੀ ਰੱਖਣਾ ਜਿਹੜਾ ਕਰਨਾ ਵੀ ਚਾਹੀਦਾ ਆ। ਇਸ ਕਰਕੇ ਦੀ ਇਕੋਨਮੀ ਵਿਲ ਸਟਾਰਟ ਬਟ ਇਟ ਵਿਲ ਟੇਕ ਟਾਈਮ। ਸੇਮ ਵੇਜ਼ ਅੱਗੇ ਜਦੋਂ ਅਸੀਂ ਆਪਣੇ ਵਾਲ ਕਰਾਉਣ ਜਾਈਦਾ ਸੀ, ਯੂ ਟੂ ਗੈਟ ਆਰ ਨੇਲਸ ਡਨ, ਬਹੁਤ ਕੰਮ ਸਰਵਿਸਿਜ਼ ਲਈ ਬਾਹਰ ਜਾਈਦਾ ਸੀ, ਉਹਨਾਂ ਦੇ ਲਈ ਵੀ ਹਾਲੇ ਕਾਫੀ ਵਕਤ ਲੱਗੂਗਾ। ਸੋ ਕਈ ਬਿਜ਼ਨਸਿਸ ਹੈਗੀਆਂ ਜਿਹੜੀਆਂ ਸਲੋ ਡਾਊਨ ਬਸ 10-20% ਹੋਈਆਂ ਸੀਗੀਆਂ, ਉਹਨਾਂ ਨੂੰ ਚਾਲੂ ਕਰਨਾ ਫਿਰ ਗਾਂ ਫੁੱਲ ਸਪੀਡ 'ਤੇ ਲਿਆਉਣ ਨੂੰ ਬਾਹਲਾ ਵਕਤ ਨਹੀਂ ਲੱਗਣਾ। ਜਿਨ੍ਹਾਂ ਨੇ ਬਿਲਕੁਲ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀਗੇ ਜਾਂ ਸਿਰਫ ਟੇਕ ਆਊਟ ਕਰਦੇ ਸੀਗੇ, ਉਹਨਾਂ ਦੇ ਲਈ ਹੁਣ ਉਹਨਾਂ ਨੂੰ ਕੋਲ ਪਲਾਨ ਹੋਣਾ ਪੈਣਾ ਵੀ ਕਿੱਦਾਂ ਅਸੀਂ ਸਟੈਪ ਬਾਏ ਸਟੈਪ ਆਪਣੀ ਬਿਜ਼ਨਸ ਨੂੰ ਫਿਰ ਉੱਥੇ ਲੈ ਕੇ ਆਈਏ। ਜਿਹੜੇ ਐਮਰਜੈਂਸੀ ਫੰਡ ਦੀ ਤੁਸੀਂ ਗੱਲ ਕਰਦੇ ਆ, ਜਿਸ ਨੂੰ ਸਰਬ ਮਿਲਿਆ ਉਸ ਨੂੰ ਉਹ $1000 ਵੀ ਮਿਲਿਆ ਜੀ, ਰਾਈਟ। ਸੋ ਸਰਬ ਮਿਲਿਆ ਸੀਗਾ, ਸਿਰਫ ਕਈਆਂ ਨੂੰ ਘਰ ਡੇ ਕੇਅਰ ਬੰਦ ਸੀਗੀਆਂ, ਉਹਨਾਂ ਨੂੰ ਬੱਚੇ ਸੰਭਾਲਣੇ ਪਏ, ਕਈਆਂ ਦੇ ਕੰਮ ਬੰਦ ਕੀਤੇ ਗਏ, ਕਈਆਂ ਦੇ ਕੰਮਾਂ 'ਤੇ ਉਹਨਾਂ ਨੂੰ ਵੀ ਕੀ ਕਹਿੰਦੇ ਹੁੰਦੇ ਆ, ਫਾਇਰ ਕੀਤਾ ਗਿਆ, ਲੇ ਆਫ ਕੀਤਾ ਗਿਆ। ਪਰ ਕਈਆਂ ਨੇ ਉੱਦਾਂ ਹੀ ਕਹਿ ਦਿੱਤਾ ਸੀਗਾ ਵੀ ਤੁਸੀਂ ਘਰ ਬਹਿ ਜਾਵੋ, ਵੀ ਸਾਡੇ ਕੋਲ ਹਾਲੇ ਕੰਮ ਹੈ ਨਹੀਂਗਾ, ਵੀ ਆਪਾਂ ਕਰ ਨਹੀਂ ਸਕਦੇ। ਹੁਣ ਫੈਡਰਲ ਸਰਕਾਰ ਨੇ ਵੇਜ ਟੌਪ ਅਪ ਪ੍ਰੋਗਰਾਮ ਵੀ ਅਨਾਊਂਸ ਕੀਤਾ ਆ। ਉਹਦੇ ਹਿਸਾਬ ਦੇ ਨਾਲ ਕਾਫੀ ਇੰਪਲੋਇਰਸ ਉਮੀਦ ਹੈਗੀ ਆ ਵੀ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਵਾਪਸ ਸੱਦ ਲੈਣਗੇ। ਉਹਦੇ ਨਾਲ ਬਹੁਤ ਫਰਕ ਪੈ ਜਾਣਾ ਆ ਲੋਕਾਂ ਦੇ ਕੰਮਾਂ 'ਤੇ। ਪਰ ਮੈਨੂੰ ਲੱਗਦਾ ਆ ਵੀ ਜਸਟ ਐਜ਼ ਦ ਪ੍ਰੀਮੀਅਰ ਸੇਜ਼ ਦਿਸ ਇਜ਼ ਗੋਇੰਗ ਟੂ ਟੇਕ ਟਾਈਮ, ਅਤੇ ਜਦ ਤੱਕ ਆਪਾਂ ਨੂੰ ਥੋੜ੍ਹੀ ਪੇਸ਼ੈਂਸ ਵੀ ਹੋਣਾ ਪੈਣਾ ਅਤੇ ਅੰਡਰਸਟੈਂਡਿੰਗ ਵੀ ਹੋਣਾ ਪੈਣਾ ਆ। ਕਰਕੇ ਲੋਕਾਂ ਦੇ ਸਾਹਮਣੇ ਹਾਲੇ ਮੁਸ਼ਕਿਲਾਂ ਹੈਗੀਆਂ ਆ, ਅੱਜ ਹੈਗੀਆਂ ਕਰਕੇ ਘਰ ਬਹਿਣਾ ਪੈਂਦਾ ਆ ਜੀ। ਗਾਂ ਜਦੋਂ ਬਾਕੀਆਂ ਨੂੰ ਤੁਸੀਂ ਕੰਮ 'ਤੇ ਜਾਂਦੇ ਦੇਖਣਾ ਆ, ਤੁਸੀਂ ਹਾਲੇ ਤੁਹਾਡਾ ਕੰਮ ਨਹੀਂ ਖੁੱਲ੍ਹਿਆ ਜਾਂ ਤੁਹਾਨੂੰ ਹਾਲੇ ਕੰਮ 'ਤੇ ਨਹੀਂ ਵਾਪਸ ਸੱਦਿਆ, ਫਿਰ ਤੁਹਾਨੂੰ ਜ਼ਿਆਦਾ ਤਕਲੀਫ ਹੋਣੀ ਆ। ਸੋ ਇਸ ਕਰਕੇ ਪੂਰੀ ਕੋਸ਼ਿਸ਼ ਕਰ ਰਹੇ ਆ both the business community and government ਵੀ ਜਿਹੜੀ ਸਾਡੀ ਇਕੋਨਮੀ ਹੈ ਚਾਲੂ ਹੋਵੇ, ਲੋਕ ਫਿਰ ਕੰਮਾਂ 'ਤੇ ਮੁੜ ਕੇ ਜਾਣ।
ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਬਿਜ਼ਨੈਸਿਸ ਜਲਦਬਾਜ਼ੀ ਦੇ ਵਿੱਚ ਪਰਹੇਜ਼ ਨਾ ਰੱਖਣ ਤੇ ਸਾਰਿਆਂ ਨੂੰ ਵਾਪਸ ਸੱਦ ਕੇ ਉੱਥੇ ਸਮੋਲ ਜਗ੍ਹਾ ਦੇ ਵਿੱਚ ਫਿਰ ਬਿਮਾਰੀ ਜ਼ਿਆਦਾ ਫੈਲ ਜਾਵੇ। ਸੋ ਇਸ ਵਕਤ ਆਪਾਂ ਨੂੰ ਬੈਲੈਂਸਿੰਗ ਐਕਟ ਕਰਨਾ ਪੈਂਦਾ ਆ ਵੀ ਜੋ ਸਾਨੂੰ ਸਾਇੰਸ ਕਹਿੰਦਾ ਆ, ਡੇਟਾ ਕਹਿੰਦਾ ਆ ਵੀ ਕਿਹੜੇ ਪਰਹੇਜ਼ ਰੱਖੀਏ ਉਹ ਵੀ ਰੱਖੀਏ ਤੇ ਸਾਡੀ ਬਿਜ਼ਨਸ ਵੀ ਚਾਲੂ ਹੋ ਜਾਵੇ। ਤਾਂ ਇਸ ਕਰਕੇ ਇਹ ਐਡਜਸਟਮੈਂਟ ਹਾਲੇ ਕਾਫੀ ਮਹੀਨਿਆਂ ਲਈ ਰਹੂਗੀ ਤੇ ਇਹ ਆਪਾਂ ਨੂੰ ਕਰਨੀ ਪੈਣੀ ਆ ਕਰਕੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀਗਾ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਇਹ ਵਾਇਰਸ ਕਿਤੇ ਗਿਆ ਨਹੀਂ, ਇਹ ਇੱਥੇ ਹੀ ਹੈਗਾ। ਹੁਣ ਆਪਾਂ ਨੂੰ ਪਤਾ ਇਹ ਵਾਇਰਸ ਹਰੇਕ ਮੁਲਕ ਵਿੱਚ ਫੈਲ ਗਿਆ ਜੀ ਜੀ। ਆਪਾਂ ਨੂੰ ਇਹ ਵੀ ਪਤਾ ਆ ਜਿਸ ਮੁਲਕ ਦੇ ਵਿੱਚ ਪਰਹੇਜ਼ ਨਹੀਂ ਰੱਖਿਆ ਗਿਆ, ਜਿੱਥੇ ਲੋਕ ਸੋਸ਼ਲ ਡਿਸਟੈਂਸਿੰਗ ਨਹੀਂ ਕਰਦੇ, ਆਪਣੇ ਹੱਥ ਦਾ ਨਹੀਂ ਕਰਦੇ, ਉਹਨਾਂ ਨੇ ਇਕਨੋਮੀ ਦੇ ਵਿੱਚ ਥੋੜ੍ਹੀਆਂ ਰੁਕਾਵਟਾਂ ਨਹੀਂ ਲਾਈਆਂ, ਉੱਥੇ ਜ਼ਿਆਦਾ ਫੈਲ ਰਿਹਾ ਆ ਜੀ। ਇਸ ਕਰਕੇ ਇੱਕ ਵਾਰੀ ਫੇਰ ਕਹੂੰਗੀ ਬਹੁਤ ਬਹੁਤ ਧੰਨਵਾਦ VC ਰਹਿਣ ਵਾਲਿਆਂ ਦਾ, ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪਰਹੇਜ਼ ਲੈ ਕੇ ਰੱਖਿਆ। ਬਿਲਕੁਲ ਅਸੀਂ ਬਹੁਤ ਵਧੀਆ ਕਰ ਰਹੇ ਹੈਗੇ ਹਾਂ। BC ਦੇ ਵਿੱਚ ਹਰ ਕੋਈ ਕਹਿ ਰਿਹਾ ਹੈਗਾ ਹੈ ਕਿ BC ਦੇ ਵਿੱਚ ਵਧੀਆ ਕਰ ਰਹੇ ਹੈਗੇ ਆ। ਇੰਨਾ ਜ਼ਿਆਦਾ ਇਕੋਨਮੀ ਵੀ ਨਹੀਂ ਬੰਦ ਹੋਈ ਸੀਗੀ ਇਨ ਕੰਪੇਅਰ ਟੂ ਅਦਰ ਪ੍ਰੋਵਿੰਸਸ ਦੀ ਜੇ ਅਸੀਂ ਗੱਲ ਕਰੀਏ। ਪਰ ਲੋਕ ਘਰਾਂ ਦੇ ਵਿੱਚ ਨੇ, ਸਟ੍ਰੈਸ ਹੈਗਾ ਲੋਕਾਂ ਦੇ ਉੱਤੇ, ਕਿਸੇ ਨੂੰ ਕੰਮ ਛੱਡਣ ਦਾ ਸਟ੍ਰੈਸ ਹੈਗਾ, ਕਿਸੇ ਨੂੰ ਲਾਈਫ ਚੇਂਜ ਹੋ ਰਹੀ ਹੈ, ਉਹ ਹਜੇ ਅਸੀਂ ਯੂਜ਼ ਟੂ ਨਹੀਂ ਹੋ ਰਹੇ। ਪਹਿਲਾਂ ਅਸੀਂ ਪਾਰਟੀਆਂ ਕਰਦੇ ਹੁੰਦੇ ਸੀ, ਹੁਣ ਅਸੀਂ ਇੱਕੋਦਮ ਘਰਾਂ ਦੇ ਵਿੱਚ ਬੈਠ ਗਏ ਹੈਗੇ ਆ। ਸੋ ਉਹਦੇ ਨਾਲ ਮੈਂਟਲ ਸਟ੍ਰੈਸ ਜਿਹੜਾ ਉਹ ਵੱਧ ਰਿਹਾ ਹੈਗਾ। ਲੋਕ ਘਰਾਂ ਤੋਂ ਬਾਹਰ ਨਹੀਂ ਜਾ ਰਹੇ, ਉਹੀ ਘਰਾਂ ਦੇ ਵਿੱਚ ਰਹਿ ਰਹੇ ਨੇ। ਹੁਣ ਜੇ ਅਸੀਂ ਕਹਿ ਲਈਏ ਡੋਮੈਸਟਿਕ ਵਾਇਲੈਂਸ ਇਹ ਵੱਧ ਰਹੀ ਹੈ, ਇਹਦੇ ਕੇਸ ਜ਼ਿਆਦਾ ਵੱਧ ਰਹੇ ਹੈਗੇ ਆ। ਸੋ ਇਹਦੇ ਲਈ ਹੁਣ ਸਰਕਾਰ ਦੇ ਵੱਲੋਂ ਵੀ ਕੰਮ ਕੀਤੇ ਜਾ ਰਹੇ ਹੈਗੇ ਨੇ। ਪਰ ਇਹਦਾ ਅੱਗੇ ਜਾ ਕੇ ਫਿਊਚਰ ਕੀ ਹੋਣ ਵਾਲਾ, ਕੀ ਕੁਝ BC ਦੇ ਵਿੱਚ ਸਾਹਮਣੇ ਆਉਣ ਵਾਲਾ? ਦੇਖੋ ਡੋਮੈਸਟਿਕ ਵਾਇਲੈਂਸ ਜਿਹੜੀ ਹੈਗੀ ਆ ਨਾ, ਇਹ ਨਾ ਕਿਸੇ ਐਥਨਿਕ ਗਰੁੱਪ ਦੇ ਨਾਲ ਆ, ਨਾ ਕਿਸੇ ਕਲਚਰਲ ਗਰੁੱਪ ਦੇ ਨਾਲ ਆ, ਨਾ ਕਿਸੇ ਪੜ੍ਹੇ ਅਤੇ ਅਨਪੜ੍ਹੇ ਗਰੁੱਪ ਦੇ ਨਾਲ ਆ। ਇਟਸ ਅਕ੍ਰੋਸ ਦ ਬੋਰਡ। ਤੇ ਡੋਮੈਸਟਿਕ ਵਾਇਲੈਂਸ ਰਿਪੋਰਟਸ ਡਬਲ ਹੋ ਗਈਆਂ ਜੀ। ਫੈਡਰਲ ਗਵਰਨਮੈਂਟ ਨੇ ਵੀ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਸਾਡੀ ਗਵਰਨਮੈਂਟ ਨੇ ਵੀ ਕਾਫੀ ਐਡੀਸ਼ਨਲ ਇਨਵੈਸਟਮੈਂਟ ਕੀਤੀਆਂ ਆ ਵੀ ਉਹਨਾਂ ਜਿਹੜੇ ਡੋਮੈਸਟਿਕ ਵਾਇਲੈਂਸ ਸਿਚੁਏਸ਼ਨ ਵਿੱਚ ਹੈਗੇ ਉਹਨਾਂ ਦੀ ਸਪੋਰਟ, ਉਹਨਾਂ ਨੂੰ ਸਪੋਰਟ ਮਿਲੇ। ਕੋਵਿਡ ਆਉਣ ਤੋਂ ਪਹਿਲਾਂ ਵੀ ਅਸੀਂ ਕਾਫੀ ਇਨਵੈਸਟਮੈਂਟ ਕੀਤੀਆਂ ਸੀਗੀਆਂ ਇਸ ਏਰੀਆ ਦੇ ਵਿੱਚ, ਬੋਥ ਇਨ ਹਾਊਸਿੰਗ ਐਂਡ ਅਦਰਸ। ਪਰ ਦੇਖੋ ਲੋਕਾਂ ਦੇ ਉੱਪਰ ਮੈਂਟਲ ਪ੍ਰੈਸ਼ਰ ਬਹੁਤ ਹੈਗਾ ਆ। ਇੱਕ ਤਾਂ ਜਿਹੜਾ ਡਰ ਹੁੰਦਾ ਆ ਨਾ, ਉਹ ਵੀ ਇੱਕ ਤੁਸੀਂ ਰਾਤ ਦਿਨ ਨਿਊਜ਼ ਦੇਖੀ ਜਾਣੀ। ਜੇ ਤੁਸੀਂ ਨਾ CBC ਤਾਂ ਆਪਣੇ CNN ਜਾਂ ਇੱਦਾਂ ਦੇ ਨਿਊਜ਼ ਚੈਨਲਸ ਦੇਖਦੇ ਰਹੋ, ਕੋਵਿਡ 99% ਆਫ ਦਾ ਟਾਈਮ ਕੋਵਿਡ ਦੀ ਗੱਲ ਚੱਲਦੀ ਆ। ਫਿਰ ਬੰਦਾ ਆਪੇ ਹੀ ਬੈਠਾ ਬੈਠਾ ਸੋਚਣ ਲੱਗ ਪੈਂਦਾ, ਡਰ ਜਾਂਦਾ ਆ। ਮੈਂ ਤਾਂ ਕਹਿੰਦੀ ਹਾਂ TV ਥੋੜ੍ਹਾ ਘੱਟ ਕਰੋ। ਤੇ ਇਹ ਨਹੀਂ ਮੈਂ ਕਹਿੰਦੀ ਨਿਊਜ਼ ਨਾ ਦੇਖੋ, ਦੇਖਣੀ ਚਾਹੀਦੀ ਵੀ ਦੁਨੀਆ 'ਚ ਕੀ ਹੁੰਦਾ ਆ। ਥੋੜ੍ਹਾ ਕੁ ਚਿਰ ਦੇਖ ਲਵੋ, ਦੈਨ ਵਾਚ ਸਮਥਿੰਗ ਫॉर ਫਨ, ਵਾਚ ਅ ਕਾਮੇਡੀ, ਵਾਚ ਐਨ ਓਲਡ ਮੂਵੀ। ਇੱਕ ਦੂਸਰੇ ਨਾਲ ਗੱਲਬਾਤ ਕਰੋ, ਸ਼ੂ ਪਾ ਕੇ ਬਾਹਰ ਤੁਰਨ ਫਿਰਨ ਚੱਲ ਜਾਵੋ, ਫੋਨ ਤੇ ਗੱਲ ਕਰੋ, ਜ਼ੂਮ ਵਰਤ ਲਵੋ, ਫੇਸ ਟਾਈਮ ਕਰੋ, ਸੋਸ਼ਲ ਕਨੈਕਸ਼ਨਸ ਵਧਾਵੋ। ਉਹਦੇ ਨਾਲ ਜਿਹੜੀ ਮੈਂਟਲ ਸਟ੍ਰੈਸ ਆ ਉਹ ਥੋੜੀ ਕਮ ਹੋ ਜਾਂਦੀ ਆ। ਇੱਕ ਕਾਲਰ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ। ਜਿੱਦਾਂ ਮੈਂ ਸੁਣਿਆ ਵੀ ਕਹਿੰਦੇ ਵੀ 1 ਜੂਨ ਤੋਂ ਸਾਰੇ ਕਾਰੋਬਾਰ ਜਿੱਦਾਂ ਥੋੜੇ ਜਿਹੇ ਜਿੱਦਾਂ ਜਿਹੜੇ ਖੁੱਲ ਰਹੇ ਆ ਜੀ। ਮੇਰਾ ਇੱਕ ਕੁਐਸਚਨ ਆ ਭੈਣ ਜੀ ਨੂੰ ਵੀ ਜਿੱਦਾਂ ਕੋਈ ICBC ਦਾ ਕੋਈ ਪਲਾਨ ਹੈਗਾ ਜਿੱਦਾਂ ਦੇ ਜਿੱਦਾਂ ਕਲਾਸ 1 ਦੇ ਰੋਡ ਟੈਸਟ ਆ ਜਾਂ ਕੋਈ ਹੋਰ ਰੋਡ ਟੈਸਟ ਆ ਜੀ, ਵੀ ਉਹ ICBC ਕੋਲ ਖੋਲ ਰਹੀ ਹੈ ਇੱਦਾਂ ਦਾ ਜਾਂ ਨਹੀਂ? ਜੀ ਬਿਲਕੁਲ, ਥੈਂਕ ਯੂ ਫॉर द ਕੁਐਸਚਨ। ਓਕੇ ਜੀ, ਹਾਂਜੀ, ਥੈਂਕ ਯੂ। ICBC ਦਾ ਕੁਐਸਚਨ ਆ ਗਿਆ ਹੈ, ਤੁਹਾਨੂੰ ਪਤਾ ਰਿਪੋਰਟ ਵੀ ਆਈ ਆ, ਉਹ ਆਪਾਂ ਫਿਰ ਗੱਲ ਕਰ ਲਵਾਂਗੇ। ਪਰ ਆ ਜਿਹੜਾ ਕੁਐਸਚਨ ਤੁਸੀਂ ਪੁੱਛਿਆ ਫॉर द ਰੋਡ ਟੈਸਟਸ, ਇਹ ਹੁਣ ਥੋੜਾ ਗਾਂ ਖੁੱਲ ਹੋਊਗੀ, ਪਰ ਕਿਸ ਤਰੀਕੇ ਦੇ ਨਾਲ ਹੋਊਗੀ ਹਾਲੇ ਮੈਂ ਕਹਿ ਨਹੀਂ ਸਕਦੀ। ਪਰ ਮੈਂ ਪਤਾ ਲਗਾ ਕੇ ਤੇ ਮੈਂ ਆਪਣੇ ਫੇਸਬੁੱਕ ਤੇ ਤਾਂ ਆਪਣੇ ਟਵਿੱਟਰ ਤੇ ਤਾਂ WhatsApp ਤੇ ਜ਼ਰੂਰ ਪਾ ਦਊਂਗੀ। ਸੋ ਪਲੀਜ਼ ਲੁੱਕ ਐਟ ਦੈਟ। ICBC ਦੀ ਜੇ ਗੱਲ ਸ਼ੁਰੂ ਹੋਈ ਹੈ ਤਾਂ ICBC ਦੀ ਰਿਪੋਰਟ ਵੀ ਆਈ ਹੈ ਕਿ ICBC ਨੂੰ ਬਹੁਤ ਫਾਇਦਾ ਹੋਇਆ, ਐਕਸੀਡੈਂਟ ਨਹੀਂ ਹੋਏ ਹੈਗੇ, ਰੋਡ ਐਕਸੀਡੈਂਟ ਨਹੀਂ ਹੋਏ ਹੈਗੇ, ਤੇ ਨਾਲ ਘਾਟਾ ਵੀ ਹੈਗਾ ਆ ਉਹਨਾਂ ਨੂੰ ਇੱਕ ਸਾਈਡ ਦੇ ਉੱਤੇ। ਸੋ ਡਰਾਈਵਰਸ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹ ਕੋਈ ਫਾਇਦਾ ਹੋਣ ਵਾਲਾ ਹੈਗਾ ਆ ਨੈਕਸਟ ਈਅਰ ਦੇ ਵਿੱਚ ਜਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ? ਦੇਖੋ ਜਦੋਂ ਰਿਪੋਰਟ ਆਈ ਸੀਗੀ ਸਾਰਿਆਂ ਨੂੰ ਬਹੁਤ ਉਮੀਦ ਸੀਗੀ ਵੀ ਦਿਸੂਗਾ ਵੀ ਸਿਰਫ ਪੈਸੇ ਹੀ ਬਚੇ ਆ ICBC ਦੇ, ਪਰ ਪੈਸੇ ਬਚੇ ਵੀ ਹੈਗੇ ਆ ਕਰਕੇ ਐਕਸੀਡੈਂਟਸ ਘੱਟ ਹੋਏ ਆ, ਫਿਰ ਫਿਊਚਰ ਲਾਇਬਿਲਿਟੀਜ਼ ਉਹਦੇ ਨਾਲ ਘੱਟ ਜਾਂਦੀਆਂ ਆ। ਪਰ ਕਈਆਂ ਨੇ ਆਪਣੇ, ਬਹੁਤ ਸਾਰੇ ਜ਼ਿਆਦਿਆਂ ਨੇ
ਆਪਣੇ ਇੰਸ਼ੋਰੈਂਸ ਵੀ ਕੈਂਸਲ ਕਰ ਦਿੱਤੇ ਸੀ ਜਾਂ ਸਸਪੈਂਡ ਕਰ ਦਿੱਤੇ ਸੀਗੇ। ਉਹ ਮੈਂ ਉਹਨਾਂ ਨੂੰ ਬਲੇਮ ਨਹੀਂ ਦਿੰਦੀ, ਉਹ ਕਰਨੇ ਚਾਹੀਦੇ ਸੀ। ਜੇ ਤੁਸੀਂ ਕਾਰ ਨਹੀਂ ਚਲਾਉਂਦੇ, ਘਰ ਬੈਠੇ ਆ, ਫਿਰ ਇੰਸ਼ੋਰੈਂਸ ਐਵੇਂ ਦੇ ਹੀ ਜਾਣਾ। ਸੋ ਲੋਕਾਂ ਨੇ ਕਰ ਲਿਆ ਸੀਗਾ। ਤੇ ਸੋ ਡੇਵਿਡ ਈਬੀ ਅਟਾਰਨੀ ਜਨਰਲ, ਉਹਨੇ ਕਿਹਾ ਆ ਵੀ ਉਹ ਪੂਰਾ ਧਿਆਨ ਰੱਖ ਰਿਹਾ ਆ ਵੀ ਗਾਂ ਜ਼ਰੂਰ ਹੈਲਪ ਮਿਲੂਗੀ ਡਰਾਈਵਰਸ ਨੂੰ, ਪਰ ਇਹ ਨਹੀਂ ਵੀ ਆਉਂਦੇ ਹਫਤੇ ਜਾਂ ਆਉਂਦੇ 2-3 ਮਹੀਨਿਆਂ ਦੇ ਵਿੱਚ। ਇਨ ਦ ਫਿਊਚਰ ਦੇयर ਵਿਲ ਬੀ ਰਿਡਕਸ਼ਨਸ ਫॉर ਦੋਜ਼ ਹੂ ਆਰ ਗੈਟ ਇੰਸ਼ੋਰੈਂਸ। ਪਰ ਆਪਾਂ ਹੁਣ ਜਿਹੜੀ ਗੱਲ ਪਹਿਲਾਂ ਮੈਂਟਲ ਹੈਲਥ ਦੀ ਕਰਦੇ ਸੀਗੇ, ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕੀਤੀ ਆ, ਪਰ ਮੈਂਟਲ ਪ੍ਰੈਸ਼ਰਸ ਹੋਰ ਵੀ ਬਹੁਤ ਹੈਗੇ ਆ। ਜਿੱਦਾਂ ਤੁਸੀਂ ਕਿਹਾ ਸੀਗਾ ਵੀ ਮੇਰਾ ਕੰਮ ਮੁੜ ਕੇ ਕਿੱਦਾਂ ਚਾਲੂ ਹੋਊਗਾ, ਮੈਂ ਆਪਣੀ ਮਾਂ ਨੂੰ ਨਹੀਂ ਦੇਖਿਆ, ਮੈਂ ਆਪਣੀ ਭੈਣ ਨੂੰ ਨਹੀਂ ਦੇਖਿਆ। ਹੁਣ ਇਹ ਵੀ ਕਈਆਂ ਨੂੰ ਹੈਗਾ ਵੀ ਜਿਨ੍ਹਾਂ ਦੇ ਬਜ਼ੁਰਗ ਨਰਸਿੰਗ ਹੋਮਸ ਦੇ ਵਿੱਚ ਆ ਜਾਂ ਹਸਪਤਾਲ 'ਚ, ਉਹਨਾਂ ਨੂੰ ਮਿਲ ਵੀ ਨਹੀਂ ਸਕਦੇ, ਤੇ ਉਹ ਵੀ ਬਹੁਤ ਹੈਗਾ ਆ। ਇਹਨਾਂ ਦਿਨਾਂ ਦੇ ਵਿੱਚ ਕਈਆਂ ਦੇ ਘਰਾਂ ਦੇ ਵਿੱਚ ਮੌਤਾਂ ਵੀ ਹੋਈਆਂ। ਰੋਜ਼ ਆਪਣੀ ਕਮਿਊਨਿਟੀ ਇੰਨੀ ਵੱਡੀ ਹੈਗੀ, ਰੋਜ਼ ਇੱਥੇ ਹੈਗਾ ਆ, ਪਰ ਅੱਗੇ ਵਾਂਗੂ ਉਹ ਬੈਠ ਕੇ ਅਫਸੋਸ ਵੀ ਨਹੀਂ ਕਰ ਸਕਦੇ, ਅੱਗੇ ਵਾਂਗੂ ਫਿਊਨਰਲ ਵੀ ਨਹੀਂ ਕਰ ਸਕਦੇ। ਜਿਹੜੇ ਖੁਸ਼ੀਆਂ ਵਾਲੇ ਦਿਨ ਵੀ ਸੀਗੇ ਉਹ ਵੀ ਡਿਫਰੈਂਟ ਤਰੀਕੇ ਨਾਲ ਮਨਾ ਰਹੇ ਆ। ਸੋ ਇਸ ਕਰਕੇ ਜਿਹੜੀਆਂ ਸਾਨੂੰ ਆਦਤਾਂ ਪਈਆਂ ਸੀਗੀਆਂ ਅਸੀਂ ਵੱਡੇ ਵੱਡੇ ਫੰਕਸ਼ਨ ਕਰਨ ਦੀਆਂ, ਹੁਣ ਇੱਕਦਮ ਜਿੱਦਾਂ ਸਾਨੂੰ ਬਹੁਤ ਹੀ ਰਿਡਕਸ਼ਨ ਕਰਨਾ ਪਿਆ ਆ ਓਵਰਨਾਈਟ, ਉਹਦੇ ਨਾਲ ਬਹੁਤ ਹੀ ਅਸਰ ਪੈਂਦਾ ਆ। ਪਰ ਮੈਂ ਇਹ ਵੀ ਸੋਚਿਆ ਵੀ ਕਹਿੰਦੇ ਹੁੰਦੇ ਆ ਲਾਈਫ ਦੇ ਵਿੱਚ ਜਦੋਂ ਮੁਸ਼ਕਲ ਆਵੇ ਨਾ, ਚੈਲੰਜ ਆਵੇ, ਉਹਦੇ ਵਿੱਚ ਓਪਰਚੁਨਿਟੀਜ਼ ਵੀ ਹੁੰਦੀ ਆ। ਸਾਨੂੰ ਇਹ ਵੀ ਹੁਣ ਵਕਤ ਮਿਲਿਆ ਆ ਵੀ ਅਸੀਂ ਘਰ ਦਾ ਖਾਣਾ ਬਣਾਈਏ, ਘਰ ਦਾ ਖਾਣਾ ਖਾਈਏ, ਪਰਿਵਾਰ ਦੇ ਨਾਲ ਬੈਠੀਏ, ਬੱਚਿਆਂ ਨੂੰ ਸਮਝੀਏ ਤੇ ਬੱਚੇ ਸਾਨੂੰ ਸਮਝਣ। ਤੇ ਇਸ ਕਰਕੇ ਇਹ ਟਾਈਮ ਬੱਚਿਆਂ ਨਾਲ ਜ਼ਰੂਰ ਸਪੈਂਡ ਕਰੋ, ਉਹਨਾਂ ਨੂੰ ਜ਼ਰੂਰ ਦੱਸੋ ਵੀ ਤੁਹਾਡੇ ਤੇ ਕੀ ਪ੍ਰੈਸ਼ਰ ਆ, ਉਹਨਾਂ ਤੋਂ ਲੁਕੋ ਰੱਖਣ ਦੀ ਲੋੜ ਹੈ ਨਹੀਂ। ਤੇ ਨਾਲੇ ਉਹਨਾਂ ਨੂੰ ਇਹ ਵੀ ਦੱਸੋ ਵੀ ਤੁਹਾਡੀ ਹਿਸਟਰੀ ਕੀ ਸੀਗੀ, ਵੀ ਸਾਡੇ ਬਜ਼ੁਰਗਾਂ ਨੇ ਕਿੱਦਾਂ ਸਟਰਗਲ ਕੀਤਾ ਆ, ਵੀ ਹਾਲੇ ਆਹ ਸਟਰਗਲ ਆਖਰੀ ਸਟਰਗਲ ਨਹੀਂਗਾ ਲਾਈਫ ਦੇ ਵਿੱਚ, ਹੋਰ ਵੀ ਸਟਰਗਲ ਆਉਣੇ ਆ, ਪਰ ਹਰੇਕ ਸਟਰਗਲ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਸੰਭਾਲਣਾ ਆ। ਸੋ ਮੈਂਟਲ ਹੈਲਥ ਦੇ ਲਈ ਕਹਿੰਦੇ ਹੁੰਦੇ ਡਿਸਟਰੈਕਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਆ। ਇੰਜੋਏ ਰੀਡਿੰਗ, ਲਾਇਬ੍ਰੇਰੀਜ਼ ਬਣਦੇ ਆ, ਪਰ ਆਨਲਾਈਨ ਬਹੁਤ ਸਾਰੀਆਂ ਬੁੱਕਸ ਮਿਲ ਜਾਂਦੀਆਂ ਆ, ਤੇ ਤੁਹਾਡੇ ਘਰ ਵਿੱਚ ਵੀ ਬੁੱਕਸ ਪਈਆਂ ਹੋਣਗੀਆਂ, ਉਹਨਾਂ ਨੂੰ ਖੋਲੋ, ਪੜ੍ਹੋ, ਆਨੰਦ ਮਾਰੋ। ਪਰ ਜਿਹੜਾ ਪ੍ਰੈਸ਼ਰ ਹੈਗਾ ਆ ਉਹ ਤਾਂ ਹੁਣ ਰਹਿਣਾ ਹੀ ਹੈਗਾ ਆ, ਜਿੰਨਾ ਚਿਰ ਸਾਰੇ ਕੰਮ ਮੁੜ ਕੇ ਚਾਲੂ ਨਹੀਂ ਹੋ ਜਾਂਦੇ। ਗਲੋਬਲ ਪੈਂਡੇਮਿਕ ਸਾਰਿਆਂ ਦੇ ਉੱਤੇ ਅਸਰ ਹੈ ਇਹਦਾ। ਮੈਂ ਕੱਲ ਕਹਿੰਦੀ ਆ, ਜਦੋਂ ਅਸੀਂ ਕੰਮ ਤੇ ਜਾਈਦਾ ਸੀਗਾ, ਰਾਤ ਦਿਨ ਸਾਰੇ ਦੌੜ ਭਜਾਈ ਕਰਦੇ ਫਿਰਦੇ ਹੁੰਦੇ ਸੀਗੇ, ਰਾਈਟ। ਮੈਂਟਲ ਇਲਨੈਸ ਉਦੋਂ ਵੀ ਟੌਪ ਇਸ਼ੂ ਸੀਗਾ ਕਮਿਊਨਿਟੀ ਵਿੱਚ, ਹੁਣ ਵੀ ਹੈਗਾ ਆ, ਹੁਣ ਅੱਗੇ ਨਾਲੋਂ ਜ਼ਿਆਦਾ ਥੋੜਾ ਹੋ ਗਿਆ। ਪਰ ਇਹ ਆਪਾਂ ਜੇ ਸਮਝੀਏ ਵਰਲਡ ਵਾਈਡ ਆ, ਸਿਰਫ ਸਾਡੇ ਨਾਲ ਨਹੀਂ ਹੋ ਰਿਹਾ, ਇਹ ਇੱਕ ਵਾਇਰਸ ਆ। ਅਸੀਂ ਇਸ ਵਾਇਰਸ ਕੋਲੋਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਕਮਿਊਨਿਟੀ ਨੂੰ ਕਿੱਦਾਂ ਸੰਭਾਲਣਾ ਹੈਗਾ ਆ, ਇਹ ਸਾਡੇ ਹੱਥ ਵਿੱਚ ਆ ਇਸ ਵਕਤ। ਬਹੁਤ ਲੋਕ ਨੇ ਕਮਿਊਨਿਟੀ ਦੇ ਲਈ ਕੰਮ ਕਰ ਰਹੇ ਨੇ, ਕਮਿਊਨਿਟੀ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ, ਪਰ ਹੁਣ ਨਾਲ ਅਸੀਂ ਜੇ ਗੱਲ ਕਰੀਏ ਹੇਟ ਕ੍ਰਾਈਮਸ ਦੀ, ਦਿਨੋਂ ਦਿਨ ਵੱਧ ਰਹੇ ਨੇ। ਪਹਿਲੇ 4 ਮਹੀਨਿਆਂ ਦੇ ਵਿੱਚ ਪੁਲਿਸ ਨੇ ਰਿਪੋਰਟ ਕੀਤੇ ਨੇ 20 ਕ੍ਰਾਈਮ, ਜਿਹੜੇ ਕਿ 2019 ਦੇ ਵਿੱਚ ਪੂਰੇ ਸਾਲ ਦੇ ਵਿੱਚ 12 ਕ੍ਰਾਈਮ ਹੋਏ ਸੀਗੇ। ਸੋ ਹੇਟ ਕ੍ਰਾਈਮ ਵੱਧ ਰਹੇ ਨੇ ਵਾਇਰਸ ਦੇ ਕਰਕੇ। ਸੋ ਉਹਨੂੰ ਵੀ ਅਸੀਂ ਕਹਿ ਰਹੇ ਹਾਂ ਕਿ ਮਾੜਾ ਹੈਗਾ ਆ। ਏਸ਼ੀਅਨਸ ਨੂੰ ਜਿਹੜਾ ਕਮੈਂਟ ਕੀਤੇ ਜਾਂਦੇ ਨੇ, ਗਲਤ ਕਮੈਂਟ ਕੀਤੇ ਜਾਂਦੇ ਨੇ, ਇਹ ਵੀ ਦਿਨੋਂ ਦਿਨ ਵੱਧ ਰਹੇ ਨੇ। ਕੰਸਰਨ ਹੈਗਾ ਸਰਕਾਰ ਨੂੰ ਇਹਦੇ ਬਾਰੇ ਵੀ? ਬਿਲਕੁਲ। ਪ੍ਰੀਮੀਅਰ ਹੋਗਨ ਨੇ ਵੀ ਸਟੇਟਮੈਂਟ ਦਿੱਤਾ ਆ, ਸਾਡੇ ਮਿਨਿਸਟਰ ਨੇ ਵੀ ਸਟੇਟਮੈਂਟ ਦਿੱਤਾ ਆ, ਤੇ ਇਹ ਸਿਰਫ ਸਟੇਟਮੈਂਟ ਦੇਣ ਦੀ ਗੱਲ ਨਹੀਂ ਗੀ ਹੈਗੀ, ਇਹ ਬਿਲਕੁਲ ਗਲਤ ਹੈਗਾ ਆ। ਅਸੀਂ ਇਸ ਮੁਲਕ ਵਿੱਚ ਕਿਉਂ ਆਏ ਸੀ? ਇਹ ਮਲਟੀ ਕਲਚਰਲ ਮੁਲਕ ਹੈਗਾ ਆ, ਜਿੱਥੇ ਲੋਕ ਕਈ ਮੁਲਕਾਂ 'ਚੋਂ ਆਏ ਆ, ਉਹਨਾਂ ਨੇ ਇੱਥੇ ਘਰ ਬਣਾਏ ਆ, ਕਈ ਇੱਥੇ ਫਸਟ, ਸੈਕੰਡ, ਥਰਡ, ਫੋਰਥ, ਫਿਫਥ ਜਨਰੇਸ਼ਨ ਵਿੱਚ ਹੋ ਗਏ ਆ। ਆਪਾਂ ਜਦੋਂ ਵਰਲਡ ਵਾਰ 2 ਦੇ ਵਿੱਚ ਨਾ, ਜਦੋਂ ਚੁੱਕ ਕੇ ਚਾਈਨੀਜ਼, ਜੈਪਨੀਜ਼ ਨੂੰ ਪਰੇ ਕੈਂਪਾਂ 'ਚ ਪਾ ਦਿੱਤਾ ਸੀਗਾ, ਆਪਾਂ ਨੂੰ ਉਹਦੇ ਕੋਲੋਂ ਕੁਝ ਸਿੱਖਣਾ ਚਾਹੀਦਾ ਆ। ਜਦੋਂ ਖੋਮਾਗਾਟਾ ਮਰੂ ਆਈ ਸੀਗੀ, ਆਪਾਂ ਨੂੰ ਪੰਜਾਬੀਆਂ ਨੂੰ ਇੱਥੇ ਲੈਂਡ ਨਹੀਂ ਕਰਨ ਦਿੱਤਾ ਸੀਗਾ, ਆਪਾਂ ਕਹੀ ਦਿੰਦਾ ਸੀਗਾ ਵੀ ਉਹ ਹੇਟ ਕ੍ਰਾਈਮ ਸੀਗੇ ਵੀ ਹੇਟ ਕ੍ਰਾਈਮ, ਇਟ ਵਾਸ ਹੌਰੇਬਲ। ਪਰ ਜੇ ਅੱਜ ਅਸੀਂ ਏਸ਼ੀਅਨ ਦੇ ਖਿਲਾਫ ਆਹ ਹੇਟਰੇਡ ਜਿਹੜੀ ਹੁਣ ਡਿਸਪਲੇ ਹੋ ਰਹੀ ਆ, ਜੇ ਅਸੀਂ ਆਵਾਜ਼ ਨਾ ਖੋਲ੍ਹੀਏ, ਫਿਰ ਗਾਂ ਸਾਡੇ ਲਈ ਆਵਾਜ਼ ਕੌਣ ਖੋਲੂਗਾ? ਦੇਖੋ, ਜਦੋਂ ਤੁਹਾਡੇ ਤੇ ਕੋਈ ਵਾਰ ਕਰੇ, ਆਪਣੀ ਬਾਂਹ ਚੁੱਕ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਬਹੁਤ ਹੀ ਸੌਖੀ ਗੱਲ ਹੈਗੀ ਆ, ਪਰ ਜਦੋਂ ਦੂਸਰੇ ਤੇ ਕੋਈ ਵਾਰ ਕਰੇ,
ਉਦੋਂ ਵੀ ਤੁਹਾਡਾ ਫਰਜ਼ ਬਣਦਾ ਆ ਵੀ ਤੁਸੀਂ ਆਪਣੀ ਆਵਾਜ਼ ਵੀ ਖੋਲੋ ਤੇ ਉਹਨਾਂ ਦੇ ਲਈ ਲੜੋ ਵੀ। ਇਸ ਵਕਤ ਹਰੇਕ ਇਨਸਾਨ ਜਿਹੜਾ ਕੈਨੇਡਾ ਵਿੱਚ ਰਹਿੰਦਾ, ਸਾਡੇ BC ਵਿੱਚ ਰਹਿੰਦਾ ਆ, ਉਹਦਾ ਫਰਜ਼ ਬਣਦਾ ਜੇ ਉਹ ਕੋਈ ਇੱਦਾਂ ਦੀ ਹੇਟ ਕ੍ਰਾਈਮ ਦੇਖੇ ਜਾਂ ਸੁਣੇ, ਆਪਣੀ ਆਵਾਜ਼ ਖੋਲ੍ਹੇ ਤੇ ਰਿਪੋਰਟ ਕਰੇ, ਕਿਉਂਕਿ ਇਹ ਸਾਡਾ ਸਾਰਿਆਂ ਦਾ ਕੰਮ ਹੈਗਾ ਆ ਜੀ। ਸਾਡੀ ਕਮਿਊਨਿਟੀ ਵਿੱਚ ਸਪੈਸ਼ਲੀ ਅਸੀਂ, ਸਾਡੇ ਜਿਹੜੇ ਪਹਿਲਾਂ ਇੱਥੇ ਬਜ਼ੁਰਗ ਆਏ ਸੀਗੇ ਉਹ ਹੇਟ ਕ੍ਰਾਈਮ ਦੇਖ ਹਟੇ ਆ, ਅਸੀਂ ਇੱਥੇ ਹੇਟ ਕ੍ਰਾਈਮ ਦੇਖ ਹਟੇ ਆ। ਕਈਆਂ ਨਾਲ ਤੁਸੀਂ ਇੱਥੇ ਹੁਣ ਵੀ ਗੱਲ ਕਰ ਲਵੋ, ਉਹ ਕਹਿੰਦੇ ਉਹਨਾਂ ਦੇ ਨਾਲ ਵੀ ਰੇਸਿਜ਼ਮ ਹੋ ਰਿਹਾ ਆ। ਪਰ ਆ ਜਿਹੜਾ ਹੇਟ ਕ੍ਰਾਈਮਸ ਅਗੇਂਸਟ ਏਸ਼ੀਅਨਸ ਹੁਣ ਹੋ ਰਿਹਾ ਆ, ਜੇ ਆਪਾਂ ਹੁਣ ਨਾ ਬੋਲਦੇ ਫਿਰ ਅਸੀਂ ਕਿਹੜੇ ਮੂੰਹ ਨਾਲ ਜਾ ਕੇ ਕਵਾਂਗੇ ਵੀ ਸਾਡੇ ਨਾਲ ਵੀ ਰੇਸਿਜ਼ਮ ਹੋ ਰਿਹਾ ਆ। ਰੇਸਿਜ਼ਮ ਇੱਕ ਬਿਮਾਰੀ ਆ, ਉਹ ਐਸੀ ਬਿਮਾਰੀ ਆ ਜਿਹੜੀ ਸਮਾਜ ਨੂੰ ਤੋੜ ਦਿੰਦੀ ਆ ਤੇ ਸਮਾਜ ਨੂੰ ਖਤਮ ਕਰ ਦਿੰਦੀ ਆ। ਇਸ ਕਰਕੇ ਸਾਰਿਆਂ ਦੇ ਮੂਹਰੇ ਬੇਨਤੀ ਹੈਗੀ ਆ, ਪਲੀਜ਼ 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 ਜਿੱਥੇ ਵੀ ਰੇਸਿਜ਼ਮ ਹੇਟ ਕ੍ਰਾਈਮ ਦੇਖੋ ਉੱਥੇ ਆਪਣੀ ਆਵਾਜ਼ ਖੋਲ੍ਹੋ, ਉੱਥੇ ਰਿਪੋਰਟ ਕਰੋ ਤੇ ਉਹਦੇ ਖਿਲਾਫ ਬੋਲੋ, ਕਿਉਂਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਬਿਲਕੁਲ ਕੰਡੈਮ ਕਰਦੇ ਹਾਂ ਅਸੀਂ ਸਾਰੇ ਜਣੇ ਇਸ ਤਰ੍ਹਾਂ ਦੀ ਹੇਟ ਕ੍ਰਾਈਮਸ ਨੂੰ ਨਹੀਂ ਹੋਣੀਆਂ ਚਾਹੀਦੀਆਂ। ਜਿੱਥੇ ਅਸੀਂ ਇੱਕ ਪਾਸੇ ਕਮਿਊਨਿਟੀ ਦੇ ਨਾਲ ਰਲ ਕੇ ਚੱਲ ਰਹੇ ਹਾਂ, ਸਿਰਫ ਆਪਣੀ ਕਮਿਊਨਿਟੀ ਦੇ ਨਾਲ ਨਹੀਂ, ਸਾਨੂੰ ਹੋਰਾਂ ਕਮਿਊਨਿਟੀਆਂ ਦੇ ਨਾਲ ਵੀ ਚੱਲਣ ਦੀ ਲੋੜ ਹੈਗੀ ਆ। ਪਰ ਹੁਣ ਸਾਡੇ ਕੋਲ ਟਾਈਮ ਉਹਨਾਂ ਕੀ ਹੈਗਾ ਜਿੰਨੀ, ਪਰ ਅਸੀਂ ਜੇ ਗੱਲ ਕਰੀਏ ਇਕੋਨਮੀ ਦੀ, ਹਰ ਕੋਈ ਵਰਿਡ ਹੈਗਾ ਇਕੋਨਮੀ ਨੂੰ ਲੈ ਕੇ, ਕਿਉਂਕਿ ਇਹ ਸਿਰਫ BC ਦੀ ਨਹੀਂ ਗਲੋਬਲ ਪੈਂਡੈਮਿਕ ਹੈ। ਪਰ ਜੇ ਅਸੀਂ ਇਕੱਲੇ BC ਦੀ ਗੱਲ ਕਰੀਏ ਤੇ BC ਦੇ ਵਿੱਚ ਬਹੁਤ ਸਾਰੇ ਬਿਜ਼ਨਸ ਖੁੱਲ੍ਹੇ ਸੀਗੇ, ਕਹਿ ਸਕਦੇ ਹਾਂ ਕਿ 50 ਤੋਂ 60% ਬਿਜ਼ਨਸ ਚੱਲ ਰਹੇ ਸੀ, ਇਟਸ ਸਟਿਲ ਰਨਿੰਗ ਹੈ ਨਾ। ਤੇ ਹਜੇ ਥੋੜੇ ਜਿਹੇ ਬਿਜ਼ਨਸ ਆ ਜਿਹੜੇ ਹੋਰ ਖੁੱਲਣਗੇ ਤੇ ਥੋੜੇ ਜਿਹੇ ਹਜੇ ਵੀ ਇੰਪੈਕਟ ਰਹਿਣਗੇ ਇਸ COVID-19 ਦੇ ਕਰਕੇ। ਪਰ ਹੁਣ BC ਦੀ ਇਕੋਨਮੀ ਇਸ ਵੇਲੇ ਕਿੱਥੇ ਖੜੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ BC ਦੀ ਇਕੋਨਮੀ ਨੂੰ ਕਿਸ ਤਰ੍ਹਾਂ ਦੇਖਦੇ ਹਾਂ? ਅਸੀਂ ਬਹੁਤ ਲੱਕੀ ਹਾਂ। ਐਂਡ ਹੀਅਰ ਮੈਂ ਮਿਨਿਸਟਰ ਕੈਰੋਲ ਜੇਮਸ ਨੂੰ ਕਮੈਂਟ ਕਰਨਾ ਚਾਹੁੰਦੀ ਹਾਂ ਵੀ ਲਗਾਤਾਰ 3 ਵਾਰੀ ਸਾਨੂੰ AAA ਰੇਟਿੰਗ ਮਿਲੀ ਆ। ਹੁਣ ਇਸ ਕੋਵਿਡ ਵਿੱਚ ਵੀ ਜਿਹੜੀ 2 ਹਫ਼ਤੇ ਆ ਹੁਣ ਰਿਪੋਰਟ ਆਈ ਆ, ਉਹਦੇ ਹਿਸਾਬ ਦੇ ਨਾਲ ਵੀ ਆ ਵੈਲ ਐਸਟੈਬਲਿਸ਼ਡ ਫॉर ਅ ਰਿਕਵਰੀ। ਵਕਤ ਲੱਗਣਾ ਆ, ਜਿੱਦਾਂ ਪ੍ਰੀਮੀਅਰ ਕਹਿੰਦਾ ਸਵਿਚ ਐਨਿੰਗ ਵੀ ਔਨ ਐਂਡ ਆਫ ਕਰ ਦਈਏ ਕਰਕੇ ਥੋੜਾ ਕਿ ਇਕੋਨਮੀ ਵਾਪਸ ਚੱਲਣ ਦਾ ਸਾਡੇ ਹੱਥ ਵਿੱਚ ਵੀ ਹੈਗਾ ਆ ਜੀ। ਵੀ ਹਰੇਕ ਇਨਸਾਨ ਦੇ ਹੱਥ ਵਿੱਚ ਹੈਗਾ ਵੀ ਕਿੱਦਾਂ ਅਸੀਂ ਖੁੱਲ੍ਹ ਕੇ ਮੁੜ ਕੇ ਅੱਗੇ ਵਾਂਗੂ ਬਾਹਰ ਜਾ ਕੇ ਸ਼ਾਪਿੰਗ ਕਰਨ, ਖਰਚ ਕਰਨ, ਘਰ ਬਣਾਉਣ ਲੱਗ ਪਵਾਂਗੇ। ਜਦੋਂ ਦੇਖੋ ਆਪਣੇ ਇੱਥੇ ਆਪਾਂ ਕੰਸਟਰਕਸ਼ਨ ਤਾਂ ਰੋਕਿਆ ਨਹੀਂ ਸੀ, ਜਿਸ ਤਰ੍ਹਾਂ ਤੁਸੀਂ ਕਿਹਾ ਆ ਸਾਡੀ ਕਾਫੀ ਬਿਜ਼ਨਸਿਸ ਚੱਲਦੀਆਂ ਰਹੀਆਂ ਆ, ਉਹਨਾਂ ਦੇ ਉੱਪਰ ਇੰਪੈਕਟ ਜ਼ਰੂਰ ਹੋਇਆ ਥੋੜ੍ਹਾ, ਪਰ ਇੰਨਾ ਨਹੀਂ ਹੋਇਆ। ਕਈ ਤਾਂ ਬਿਲਕੁਲ ਬੰਦ ਹੋ ਗਏ ਆ। ਸੋ ਇਸ ਕਰਕੇ ਖੋਲ੍ਹਣ ਨੂੰ ਵਕਤ ਲੱਗਣਾ ਆ, ਪਰ ਮੈਨੂੰ ਬਹੁਤ ਵੱਡੀ ਉਮੀਦ ਹੈਗੀ ਆ ਵੀ ਜਿਹੜੇ BC ਦੇ ਲੋਕ ਆ, ਮਿਹਨਤੀ ਆ, ਇਨੋਵੇਟਿਵ ਆ, ਸਾਡੇ ਕੋਲ ਸਾਰਾ ਉਹ ਇਨਫਰਾਸਟ੍ਰਕਚਰ ਹੈਗਾ ਆ। ਇਨਫਰਾਸਟ੍ਰਕਚਰ ਦੀ ਇਨਵੈਸਟਮੈਂਟ ਗਵਰਨਮੈਂਟ ਨੇ ਕਾਫੀ ਅਨਾਊਂਸ ਅੱਗੇ ਵੀ ਕੀਤੀ ਸੀਗੀ, ਗਾਂ ਵੀ ਹੋਊਗੀ। ਸੋ ਜਦੋਂ ਤੁਸੀਂ ਸੋਚਦੇ ਆ ਵੀ ਜਿਸ ਮੋੜ ਤੇ ਆਪਾਂ ਖੜੇ ਆ, ਆਪਣੇ ਕੋਲ ਸਾਰੇ ਐਲੀਮੈਂਟਸ ਹੈਗੇ ਆ ਫॉर ਇਕਨੋਮਿਕ ਗਰੋਥ, ਪਰ ਇਹ ਨਹੀਂ ਆਪਾਂ ਸਮਝੀਏ ਵੀ ਕੱਲ੍ਹ ਨੂੰ ਹੋ ਜਾਊਗਾ, ਇਹਨੂੰ ਟਾਈਮ ਲੱਗੂਗਾ। ਆਪਾਂ ਨੂੰ ਪਤਾ ਆ ਵੀ ਕੋਵਿਡ ਆਉਣ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ BC ਨਵਾਂ ਆਈਕਨ ਬਣ ਗਿਆ ਸੀਗਾ ਫॉर ਦ ਟੈਕ ਸੈਕਟਰ ਦੇਖ ਰਿਹਾ ਹੈ BC ਦੇ ਵੱਲ ਨੂੰ, ਆ ਵੀ ਰਿਹਾ ਆ, ਕਾਫੀ ਐਸਟੈਬਲਿਸ਼ਡ ਹੋ ਗਿਆ ਆ ਇੱਥੇ, ਤੇ ਗਾਂ ਆਪਣੇ ਕੋਲ ਰਿਸੋਰਸਿਸ ਵੀ ਹੈਗੇ ਆ। ਪਰ ਸਭ ਤੋਂ ਵੱਡੀ ਆਪਣੀ ਰਿਸੋਰਸ ਹੈਗੇ ਸਾਡੇ ਲੋਕ, ਸਾਡੇ ਕੰਮ ਕਰਨ ਵਾਲੇ, ਸਾਡੇ ਇਨੋਵੇਟਰਸ, ਸਾਡੇ ਬਿਜ਼ਨਸ ਕਮਿਊਨਿਟੀ, ਸਾਡੇ ਪ੍ਰੋਫੈਸ਼ਨਲ ਕਲਾਸ, ਸਾਡੇ ਵਰਕਿੰਗ ਕਲਾਸ, ਸਾਡੇ ਹਰੇਕ ਜਿਹੜੇ ਇੱਥੇ ਰਹਿਣ ਵਾਲੇ ਆ, ਉਹ ਇੰਨੇ ਮਿਹਨਤੀ ਹੈਗੇ ਆ। ਮੈਨੂੰ ਪੂਰਾ ਆਸ ਹੈਗੀ ਆ ਵੀ ਉਹ BC ਨੂੰ ਫੇਰ ਇੱਕ ਵਾਰੀ ਉਸ ਥਾਂ ਲੈ ਜਾਣਗੇ ਜਿੱਥੇ ਆਪਾਂ ਪਹਿਲਾਂ ਸੀਗੇ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਆ ਰਿਹਾ ਹੈਗਾ ਆ ਹੁਣ, ਤੇ ਅਸੀਂ ਸਾਰਿਆਂ ਨੂੰ ਇਹੀ ਕਹਿ ਰਹੇ ਹੈਗੇ ਕਿ ਘਰਾਂ ਦੇ ਵਿੱਚ ਹੀ ਰਹੋ। ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ, ਆਪਣੇ ਕੌਂਸਟੀਚੁਐਂਸੀ ਦੇ ਲੋਕਾਂ ਨੂੰ, ਕੀ ਕਰਨਾ ਚਾਹੀਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ? ਪਹਿਲਾਂ ਤੁਹਾਡਾ ਇੱਕ ਵਾਰੀ ਫੇਰ ਸਭ ਦਾ ਬਹੁਤ ਬਹੁਤ ਧੰਨਵਾਦ। ਆਹ ਬੇਨਤੀ ਮੈਂ ਜ਼ਰੂਰ ਕਰੂੰਗੀ, ਬਹੁਤ ਜੀ ਕਰਦਾ ਆ, ਮੇਰਾ ਵੀ ਕਰਦਾ ਵੀ ਮੈਂ ਫੈਰੀ ਤੇ ਚੜ੍ਹ ਕੇ ਜਾ ਕੇ ਆਪਣੇ ਦੋਤੀਆਂ ਨੂੰ ਦੇਖ ਲਵਾਂ, ਦੋਤੇ ਨੂੰ ਮਿਲ ਲਵਾਂ ਤੇ ਆਪਣੇ ਬਾਕੀ ਪਰਿਵਾਰ ਨੂੰ ਮਿਲ ਲਵਾਂ, ਪਰ ਮੈਂ ਸਰੀ ਵਿੱਚ ਹੀ ਰਹਿਣਾ ਆ। ਤੇ ਆਪਣੀ ਕਮਿਊਨਿਟੀ ਵਿੱਚ ਰਵੋ। ਇੱਥੇ ਲੋਅਰ ਮੇਨਲੈਂਡ ਦੇ ਵਿੱਚ ਪਾਰਕਸ ਵੀ ਹੈਗੀਆਂ, ਪ੍ਰੋਵਿੰਸ਼ੀਅਲ ਪਾਰਕਸ ਜਿਹੜੀਆਂ ਸਾਡੇ ਲਾਗੇ ਹੈਗੀਆਂ, ਜਾ ਕੇ ਇੰਜੋਏ ਕਰੋ ਡਿਊਰਿੰਗ ਦ ਡੇ। ਆਪਣੇ ਫੈਮਿਲੀ ਸਰਕਲ ਦੇ ਨਾਲ ਹੀ ਹਾਲੇ ਰਵੋ ਜਿਹਦੇ ਨਾਲ ਤੁਸੀਂ ਘਰ ਰਹਿੰਦੇ ਆ, ਬਿਕੋਜ਼ ਆਪਾਂ ਫੇਜ਼ 1 ਦੇ ਵਿੱਚ ਆ। ਬਾਹਰ ਜੇ ਕੋਈ ਮਿਲੇ ਦੂਰ ਰਵੋ,
ਕੀਪ ਫਿਜ਼ੀਕਲ ਡਿਸਟੈਂਸਿੰਗ, ਆਪਣੇ ਹੱਥ ਧੋਂਦੇ ਰਹੋ। ਦੇਖੋ ਆਪਣੀ ਮਿਹਨਤ ਨੇ ਆਪਾਂ ਨੂੰ ਇਸ ਮੋੜ ਤੇ ਲੈ ਆਂਦਾ ਵੀ ਆਪਾਂ ਫੇਜ਼ 2 ਸ਼ਾਇਦ ਸ਼ੁਰੂ ਕਰ ਸਕੀਏ, ਰਾਈਟ। ਪਰ ਜੇ ਹੁਣ ਆਪਾਂ ਥੋੜੀ ਜ਼ਿਆਦਾ ਢਿੱਲ ਕਰ ਲਈ ਵੀ ਚੱਲ ਕਿਤੇ ਨਹੀਂ, ਹੁਣ ਤਾਂ ਸਭ ਕੁਝ ਠੀਕ ਆ, ਫਿਰ ਆਪਾਂ ਨੂੰ ਗਾਂ ਮੁਸ਼ਕਲਾਂ ਆ ਸਕਦੀਆਂ ਆ। ਇਸ ਕਰਕੇ ਤੁਹਾਡੇ ਆਪਣੀ ਸੇਫਟੀ ਲਈ, ਆਪਣੇ ਬੱਚਿਆਂ ਦੀ ਸੇਫਟੀ ਲਈ, ਤੇ ਸਭ ਤੋਂ ਜ਼ਿਆਦਾ ਸਾਰੇ ਸਮਾਜ ਦੀ ਸੇਫਟੀ ਲਈ ਆਪਾਂ ਇਹ ਪਰਹੇਜ਼ ਇਸ ਵੀਕਐਂਡ ਨੂੰ ਜ਼ਰੂਰ ਰੱਖੀਏ। ਜ਼ਰੂਰ ਵਧੀਆ ਖਾਣਾ ਬਣਾਵੋ, ਖਾਓ ਆਪਣੇ ਘਰ ਬੈਠ ਕੇ। ਜੇ ਤੁਹਾਡੀ ਭੈਣ ਲਾਗੇ ਰਹਿੰਦੀ, ਉਹਦੇ ਨਾਲ ਸ਼ੇਅਰ ਕਰਨਾ ਆ, ਕੈਮਰਾ ਲਾ ਲਓ, ਉਹਨੂੰ ਕਹੋ ਦੇਖ ਮੈਂ ਕਿੰਨਾ ਵਧੀਆ ਅੱਜ ਖਾਣਾ ਖਾ ਰਹੀ ਹਾਂ, ਮੈਂ ਤੇਰੇ ਘਰ ਬਾਹਰ ਵੀ ਰੱਖ ਜਾਊਂਗੀ, ਪਰ ਤੁਸੀਂ ਘਰੇ ਹੀ ਆਪੋ ਆਪਣੇ ਘਰ ਬੈਠ ਕੇ ਇੰਜੋਏ ਕਰੋ ਪਲੀਜ਼। ਬਿਲਕੁਲ। ਸੋ ਥੈਂਕ ਯੂ। ਬਾਹਰ ਜ਼ਰੂਰ ਜਾਵੋ, ਇਹ ਨਾ ਮੈਂ ਕਹਿੰਦੀ ਬਾਹਰ ਨਹੀਂ ਜਾਵੋ, ਬਾਹਰ ਜਾਵੋ ਬਟ ਕੀਪ ਸੋਸ਼ਲ ਡਿਸਟੈਂਸਿੰਗ। ਬਿਲਕੁਲ ਆਪਣੇ ਘਰ ਦੇ ਆਸ-ਪਾਸ ਰਹੋ, ਤੁਸੀਂ ਆਪਣੇ ਏਰੀਆ ਦੇ ਵਿੱਚ ਰਹੋ, ਆਪਣੀ ਕਮਿਊਨਿਟੀ ਦੇ ਵਿੱਚ ਰਹੋ, ਇਹੀ ਕਹਿ ਸਕਦੇ ਆ। ਪਰ ਤੁਹਾਨੂੰ ਵੀ ਕਹਿੰਦੇ ਆ ਕਿ ਤੁਸੀਂ ਟਾਈਮ ਟੂ ਟਾਈਮ ਕੱਢ ਕੇ ਆਏ, ਸਾਨੂੰ ਇੰਨੀ ਵਧੀਆ ਇਨਫੋਰਮੇਸ਼ਨ ਦਿੱਤੀ ਹੈਗੀ ਹੈ। ਥੈਂਕ ਯੂ ਸੋ ਮਚ ਵਾਂਸ ਅਗੇਨ। ਥੈਂਕ ਯੂ। ਸੋ ਅੱਜ ਗੱਲਬਾਤ ਹੋਈ ਐਮਐਲਏ ਜਿਨੀ ਸਿਮਸ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ BC ਸਰਕਾਰ ਕੀ ਕੁਝ ਕਰ ਰਹੀ ਹੈ BC ਦੇ ਲੋਕਾਂ ਦੇ ਲਈ। ਲੌਂਗ ਵੀਕਐਂਡ ਆ ਰਿਹਾ ਹੈਗਾ ਆ, ਸੋ ਤੁਸੀਂ ਲੌਂਗ ਵੀਕਐਂਡ ਦੇ ਉੱਤੇ ਘਰਾਂ ਦੇ ਵਿੱਚ ਰਹੋ। ਜਿਵੇਂ ਜਿਨੀ ਨੇ ਦੱਸਿਆ ਕਿ ਸਾਨੂੰ ਸੋਸ਼ਲ ਡਿਸਟੈਂਸ ਬਣਾਈ ਰੱਖਣ ਦੀ ਲੋੜ ਆ। ਅਸੀਂ ਹਜੇ ਵੀ ਫੇਜ਼ 1 ਦੇ ਵਿੱਚ ਹੈਗੇ ਆ, ਫੇਜ਼ 2 ਦੇ ਵਿੱਚ ਜਾਵਾਂਗੇ, ਫਿਰ ਵੀ ਸਾਨੂੰ ਇਹੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਣਾ। ਚਾਹੇ ਸਾਡੇ ਬਿਜ਼ਨਸ ਓਪਨ ਹੋ ਰਹੇ ਨੇ, ਚਾਹੇ ਸਕੂਲ ਪਾਰਸ਼ਲੀ ਓਪਨ ਹੋ ਰਹੇ ਨੇ, ਪਰ ਫਿਰ ਵੀ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਸਾਂਝਾ TV, ਕਿਉਂਕਿ ਹੁਣ ਮੇਰੇ ਤੋਂ ਬਾਅਦ ਸ਼ੋਅ ਲੈ ਕੇ ਆ ਰਹੇ ਨੇ ਪੁਨੀਤ ਜੀ, ਸਾਫ਼ ਤੇ ਸਪਸ਼ਟ। ਸੋ ਜੁੜੇ ਰਹੋ ਸਾਂਝਾ TV ਦੇ ਨਾਲ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।